ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਘਰ ਪਰਿਵਾਰ। ਗੁਰਮਤਿ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘਰ ਪਰਿਵਾਰ ਦਾ ਕੀ ਕਨਸੈਪਟ ਹੈ, ਅੱਜ ਅਸੀਂ ਉਸ ਬਾਰੇ ਵਿਚਾਰ ਕਰਨੀ ਹੈ। ਇਹ ਸਮਝਣਾ ਹੈ ਕਿ ਅੱਜ ਜੋ ਹਾਲਾਤ ਨੇ ਸਾਡੇ ਪਰਿਵਾਰਾਂ ਵਿੱਚ ਬੜੇ ਚਿੰਤਾਜਨਕ ਨੇ। ਸਭ ਤੋਂ ਪਹਿਲੇ ਸਮਝੀਏ ਕਿ ਸਾਡੀ ਸੰਸਕ੍ਰਿਤੀ, ਸਾਡੀ ਪਰੰਪਰਾ, ਸਾਡਾ ਵੇ ਆਫ ਲਾਈਫ ਇਸ ਜ਼ਮੀਨ ਨਾਲ ਜੁੜਿਆ ਹੈ, ਸਦੀਆਂ ਤੋਂ ਜੁੜਿਆ ਹੈ। We have a rich cultural heritage, ਅਮੀਰ ਵਿਰਸਾ ਹੈ ਸਾਡਾ। ਪਰ ਅੱਜ ਇੱਕ ਕਲੈਸ਼ ਆਫ ਵੈਲਿਊਜ਼ ਦੀ ਪ੍ਰੋਬਲਮ ਜਿਹੜੀ ਹੈ ਉਹ ਅਸੀਂ ਦੇਖ ਰਹੇ ਹਾਂ ਆਪਣੇ ਪਰਿਵਾਰਾਂ ਵਿੱਚ, ਜਨਰੇਸ਼ਨ ਵਿੱਚ। ਇਸ ਕਲੈਸ਼ ਆਫ ਵੈਲਿਊਜ਼ ਕਾਰਨ, ਜਿਹੜੇ ਆਪਸੀ ਡਿਫਰੈਂਸਿਸ ਦੇ ਕਾਰਨ ਘਰ ਪਰਿਵਾਰ ਦੇ ਜਿਹੜੇ ਰਿਸ਼ਤੇ ਨੇ, ਨਾਤੇ ਨੇ, ਉਹ ਖਤਮ ਹੋਣ ਦੀ ਕਗਾਰ ਤੇ ਨੇ। ਅੱਜ ਸਾਰੇ ਰਿਸ਼ਤੇ ਜਿਹੜੇ ਨੇ ਇਹ ਕੰਪਰੋਮਾਈਜ਼ ਬਣ ਚੁੱਕੇ ਨੇ, ਸ਼ਰਤਾਂ ਦੇ ਨਾਲ ਨਿਭਾਏ ਜਾ ਰਹੇ ਨੇ। ਕੋਆਪਰੇਸ਼ਨ ਦੀ ਜਗ੍ਹਾ ਤੇ ਕੰਪੀਟੀਸ਼ਨ ਜਿਹੜੀ ਗੱਲ ਹੋ ਗਈ ਹੈ। ਇੱਕ ਤਰਫ ਤਾਂ ਇਤਨੀ ਟੈਕਨੋਲੋਜੀ, ਇਤਨਾ ਵਿਕਾਸ ਆ ਗਿਆ, ਦੂਸਰੀ ਤਰਫ ਜਿਹੜੀ ਵੈਲਿਊ ਸਿਸਟਮ ਤੇ ਜਿਹੜੇ ਧਰਮ ਤੋਂ ਦੂਰੀ ਕਿੱਥੇ ਨਾ ਕਿੱਥੇ ਇਹਦੇ ਕਾਰਨ ਨੇ। ਦੇਖੋ, ਰਾਈਟ ਤੇ ਰੋਂਗ ਵਿੱਚੋਂ, ਗਲਤ ਤੇ ਠੀਕ ਵਿੱਚੋਂ ਇੱਕ ਨੂੰ ਚੁਣਨਾ ਬੜਾ ਆਸਾਨ ਹੁੰਦਾ ਹੈ, ਪਰ ਦੋ ਗਲਤਾਂ ਵਿੱਚੋਂ ਇੱਕ ਨੂੰ ਚੁਣਨਾ ਬੜਾ ਮੁਸ਼ਕਲ ਹੁੰਦਾ ਹੈ। ਕਿ ਇੱਕ ਤਾਂ ਸਾਡੀ ਜਨਰੇਸ਼ਨ ਧਰਮ ਤੋਂ, ਵਿਰਾਸਤ ਤੋਂ ਜੁੜ ਰਹੀ ਹੈ, ਔਰ ਇੱਕ ਜਿਹੜੀ ਭੋਗ ਵਿਲਾਸਾਂ ਵੱਲ ਪੈ ਗਏ ਨੇ। ਕਾਰਨ ਬੜੇ ਨੇ। ਵੱਧਦੀ ਆਬਾਦੀ ਕਾਰਨ ਦੂਸਰੇ ਦੀ ਮੌਜੂਦਗੀ, ਪ੍ਰੈਜ਼ੈਂਸ ਇਤਨੀ ਵੱਧ ਗਈ ਹੈ ਕਿ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਜਿਤਨੀ ਸਪੇਸ ਚਾਹੀਦੀ ਹੈ, ਜਿਤਨੀ ਜਗ੍ਹਾ ਚਾਹੀਦੀ ਹੈ ਹਰ ਇੰਡੀਵਿਜੂਅਲ ਨੂੰ, ਉਹ ਸਪੇਸ ਮਿਲ ਨਹੀਂ ਰਹੀ। ਤਾਂ ਅੱਜ ਅਸੀਂ ਜਿੱਥੇ ਅੱਜ ਦੇ ਪਰਿਵਾਰਾਂ ਦੀਆਂ ਪ੍ਰੋਬਲਮਸ ਵਿਚਾਰਨੀਆਂ ਨੇ, ਉੱਥੇ ਪਹਿਲਾਂ ਇਹ ਸਮਝੀਏ ਕਿ ਪਰਿਵਾਰ ਤੋਂ ਭਾਵ ਕੀ ਹੈ। ਪਰਿਵਾਰ ਨਿੱਜ ਪਰਿਵਾਰ ਹੈ। ਅੱਜ ਅਸੀਂ ਇੱਕ ਦੁਨਿਆਵੀ ਪਰਿਵਾਰ ਹੈ, ਇੱਕ ਅਧਿਆਤਮਕ ਪਰਿਵਾਰ ਹੈ। ਅਸੀਂ ਇਹ ਦੋਨਾਂ ਦੀ ਗੱਲ ਕਰਨੀ ਹੈ। ਗੁਰੂ ਨਾਨਕ ਸਾਹਿਬ ਦਾ ਧਰਮ ਵੀ ਗ੍ਰਸਤ ਪ੍ਰਧਾਨ ਧਰਮ ਹੈ। ਪੁਰਾਤਨ ਭਾਰਤੀ ਪਰੰਪਰਾ ਦੇ ਵਿੱਚ ਘਰ ਸੰਸਾਰ ਨੂੰ ਤਿਆਗਣ ਦੀਆਂ ਗੱਲਾਂ ਹੋਈਆਂ। ਜਿਹੜਾ ਔਰਤ ਨੂੰ, ਜਨਨੀ ਨੂੰ ਤਿਰਸਕਾਰਿਆ ਗਿਆ, ਜਦਕਿ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਬੜਾ ਸਪਸ਼ਟ ਕਿਹਾ, ਧਨ ਪਿਰੇ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਏ ਸੋਏ। ਵੈਸਟਰਨ ਕਨਸੈਪਟ ਆਫ ਫੈਮਲੀਆਂ, ਜੇ ਫੈਮਿਲੀ ਜਿਹੜਾ ਸਿਸਟਮ ਹੈ ਉਹ ਸਾਡੇ ਵਿੱਚ ਆ ਰਿਹਾ ਹੈ, ਔਰ ਜਿਹੜਾ ਵੈਸਟਰਨ ਕਨਸੈਪਟ ਆਫ ਫੈਮਿਲੀ ਹੈ ਪੱਛਮੀ, ਉਹ ਦੋ ਗੱਲਾਂ 'ਚ ਵਿਸ਼ਵਾਸ ਕਰਦਾ, ਬੋਡੀ ਐਂਡ ਮਾਈਂਡ। ਲੇਕਿਨ ਜਿਹੜਾ ਇੰਡੀਅਨ ਕਨਸੈਪਟ ਆਫ ਫੈਮਿਲੀ ਹੈ ਉਹ ਬੋਡੀ, ਮਾਈਂਡ ਐਂਡ ਸੋਲ, ਆਤਮਕ ਰਿਸ਼ਵਤ, ਜਿਹੜੇ ਆਤਮਕ ਰਿਸ਼ਤੇ ਦੀ ਗੱਲ ਜਿਹੜੀ ਹੈ ਉਹ ਇੰਡੀਅਨ ਫਿਲਾਸਫੀ ਦੇ ਵਿੱਚ ਹੈ, ਇੰਡੀਅਨ ਕਨਸੈਪਟ ਦੇ ਵਿੱਚ ਹੈ। ਬਲਕਿ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਨੇ ਗ੍ਰਸਤ ਵਿੱਚ ਹੀ ਨਿਰਵਾਣ ਦੀ ਗੱਲ ਕਰਤੀ ਹੈ। ਮੋਕਸ਼, ਮੁਕਤੀ ਗ੍ਰਸਤ ਵਿੱਚ ਹੀ ਮਿਲਣੀ ਚਾਹੀਦੀ ਹੈ। ਇੱਕ ਸਰੀਰਕ ਰਿਸ਼ਤੇ ਨੇ, ਇੱਕ ਮਾਈਂਡ ਦੇ ਰਿਸ਼ਤੇ ਨੇ, ਵਿਚਾਰਕ, ਇੱਕ ਫਿਰ ਰੂਹਾਨੀਅਤ ਦੇ ਰਿਸ਼ਤੇ ਨੇ। ਅੱਜ ਗਲੋਬਲ ਵਿਲੇਜ ਦੀ ਗੱਲ ਹੈ, ਵਿਸ਼ਵ ਕੇ ਘਰ ਬਣ ਗਿਆ, ਘਰ ਬਿਖਰ ਰਿਹਾ, ਰਿਸ਼ਤੇ ਟੁੱਟ ਰਹੇ ਨੇ। ਜਿਵੇਂ ਮੈਂ ਪਹਿਲੇ ਕਿਹਾ, ਜਿਹੜੇ ਮਨੁੱਖ ਦੇ ਮਨੁੱਖ ਪ੍ਰਤੀ ਫਰਜ਼ ਜਿਹੜੇ ਨੇ ਉਹ ਅਸੀਂ ਵਿਸਰਦੇ ਜਾ ਰਹੇ ਨੇ। ਅਸੀਂ ਦੇਖ ਰਹੇ ਹਾਂ ਮਨੁੱਖ ਦੀਆਂ ਸਾਰੀ ਕੁਦਰਤੀ ਸ਼ਕਤੀਆਂ ਜੋ ਰੱਬ ਨੇ ਮਨੁੱਖ ਨੂੰ ਪ੍ਰਦਾਨ ਕੀਤੀਆਂ ਨੇ, ਉਹ ਸਿਰਫ ਪੈਸਾ, ਸੁੱਖ, ਸੁਵਿਧਾ ਲਈ ਤੇ ਨਿੱਜੀ ਸਵਾਰਥਾਂ ਲਈ ਖਪਤ ਹੋ ਰਿਹਾ ਹੈ। ਗਲੋਬਲਾਈਜੇਸ਼ਨ ਦੀ ਗੱਲ ਆ ਗਈ। ਪਹਿਲੇ ਗਲੋਬਲਾਈਜੇਸ਼ਨ ਨੇ ਇਹ ਜਿਹੜਾ ਇਤਨਾ ਮਲਟੀ ਨੈਸ਼ਨਲ ਸਿਸਟਮ ਆ ਗਿਆ, ਇਸ ਗਲੋਬਲਾਈਜੇਸ਼ਨ ਨੇ ਪਹਿਲੇ ਮਨੁੱਖ ਨੂੰ ਕੁਦਰਤ ਤੋਂ ਤੋੜਿਆ, ਫਿਰ ਸਮਾਜ ਨਾਲੋਂ ਤੋੜਿਆ, ਤੇ ਹੁਣ ਮਨੁੱਖ ਤੋਂ ਮਨੁੱਖ ਨੂੰ ਤੋੜ ਰਿਹਾ ਹੈ। ਔਰ ਸਮਝ ਰਿਹਾ ਹੀ ਹੈ ਕਿ ਜਦੋਂ ਮਨੁੱਖ ਤੋਂ ਮਨੁੱਖ ਨੂੰ ਟੁੱਟੇ ਜਾਣਗੇ ਤਾਂ ਉਸ ਨਾਲ ਸਾਡੇ ਜਿਹੜੇ ਘਰ ਪਰਿਵਾਰ ਨੇ ਉਹ ਅਸ਼ਾਂਤ ਹੋ ਜਾਣਗੇ। ਇੱਕ ਘਰ ਵਿੱਚ ਰਹਿ ਰਹੇ ਲੋਕ ਜਿਹੜੇ ਆਪਸ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈ, ਇੱਕੋ ਛੱਤ ਦੇ ਹੇਠਾਂ ਰਹਿ ਰਹੇ ਨੇ, ਉਹ ਕਮਿਊਨੀਕੇਸ਼ਨ ਵੀ ਜਿਹੜੀ ਹੈ ਉਹ ਫੇਸਬੁੱਕ ਰਾਹੀਂ, ਵਟਸਐਪ ਰਾਹੀਂ, SMS ਜੋ ਸਿਰ ਪਰਮਾਤਮਾ ਅੱਗੇ ਝੁਕਦੇ ਸੀ ਉਹ ਟੈਲੀਫੋਨਾਂ ਅੱਗੇ ਝੁਕ ਰਹੇ ਨੇ। ਅੱਜ ਜਿਤਨੇ ਅਸੀਂ ਦੇਖਦੇ ਹਾਂ ਕ੍ਰਾਈਮ ਹੋ ਰਹੇ ਨੇ ਉਹ ਬੜੇ ਪੜ੍ਹੇ ਲਿਖੇ ਬੱਚੇ ਵੀ ਕਰ ਰਹੇ ਨੇ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਅਸੀਂ ਦੇਖ ਰਹੇ ਹਾਂ, ਇਹਨਾਂ ਗੱਲਾਂ ਨਾਲ ਇਹ ਜਿਹੜਾ ਵਿਸ਼ਾ ਹੈ ਸਾਨੂੰ
ਇਹ ਸਾਨੂੰ ਸਾਡੇ ਇੱਥੇ ਜਿਹੜੇ ਪਰਿਵਾਰ ਦਾ ਕਨਸੈਪਟ ਜਿਹੜਾ ਜੁਆਇੰਟ ਫੈਮਿਲੀ ਵਾਲਾ ਹੁੰਦਾ ਸੀ ਉਹ ਯਾਦ ਦਿਵਾ ਦਿੰਦਾ ਹੈ। ਅੱਜ ਭਾਵੇਂ ਅਸੀਂ ਵੈਸਟਰਨ ਕਲਚਰ ਵਿੱਚ ਅਸੀਂ ਰੰਗੇ ਹੋਏ ਹਾਂ, ਪਰ ਸਮਝੀਏ ਕਿ ਜੁਆਇੰਟ ਫੈਮਿਲੀ ਦੇ ਵਿੱਚ ਜਿਹੜੇ ਸੀ, ਜਿੱਥੇ ਮਾਤਾ ਪਿਤਾ ਹੁੰਦੇ ਸੀ, ਦਾਦਾ ਦਾਦੀ ਹੁੰਦੇ ਸੀ, ਚਾਚੇ ਚਾਚੀਆਂ, ਬੱਚੇ ਦੇ ਪਾਲਣ ਪੋਸ਼ਣ ਵਿੱਚ ਕਈ ਮਾਵਾਂ ਦਾ ਸਹਿਯੋਗ ਹੋ ਜਾਂਦਾ ਸੀ। ਪਰ ਹੁਣ ਜਿਹੜੀ ਇਹ ਸਮੱਸਿਆ ਹੈ, ਇਹ ਮਾਈਕਰੋ ਫੈਮਿਲੀਜ਼ ਜਿਹੜੀਆਂ ਆ ਗਈਆਂ, ਇਹ ਘਰ ਪਰਿਵਾਰ ਦੇ ਜਿਹੜੀਆਂ ਸਮੱਸਿਆ ਨੇ, ਇੱਕ ਆਈਡੀਅਲ ਘਰ ਪਰਿਵਾਰ ਕੈਸਾ ਹੋਣਾ ਚਾਹੀਦਾ ਹੈ, ਇਹ ਇੱਕ ਐਸੀ ਸੰਸਥਾ ਜਿਹੜੀ ਹੈ ਇਹ ਘਰ ਪਰਿਵਾਰ ਹੈ, ਇਸ ਬਾਰੇ ਅਸੀਂ ਅੱਜ ਵਿਚਾਰ ਕਰਨੇ ਨੇ। ਇਹ ਲੈਕਚਰ ਅੱਜ ਦਾ ਸਾਡੇ ਵਿੱਚ ਬੜੇ ਸਤਿਕਾਰਯੋਗ ਮੇਰੇ ਭੈਣ ਜੀ ਪ੍ਰੋਫੈਸਰ ਹਰਜੀਤ ਕੌਰ ਜੀ ਭਾਟੀਆ, ਉਹ ਸਾਡੇ ਵਿੱਚ ਨੇ। ਇਹ ਫੋਰਮਰ ਹੈਡ ਆਫ ਦਾ ਡਿਪਾਰਟਮੈਂਟ ਐਂਡ ਕਰੰਟਲੀ ਜਿਹੜੇ ਹੁਣ ਇਹ ਪ੍ਰੋਫੈਸਰ ਨੇ ਐਜੂਕੇਸ਼ਨਲ ਸਟੱਡੀਜ਼ ਦੇ ਵਿੱਚ ਐਟ ਜਾਮੀਆ ਮਿਲੀਆ ਇਸਲਾਮੀਆ ਸੈਂਟਰਲ ਯੂਨੀਵਰਸਿਟੀ ਵਿੱਚ। ਇਹ ਬੜੇ ਸਬਜੈਕਟਾਂ ਦੇ ਉੱਤੇ, ਖਾਸ ਕਰਕੇ ਐਜੂਕੇਸ਼ਨ ਦੇ ਸਬਜੈਕਟ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਸੈਮੀਨਾਰਾਂ ਦੇ ਵਿੱਚ ਇਹ ਆਪਣਾ ਪੇਪਰ ਪ੍ਰੈਜ਼ੈਂਟ ਕਰ ਚੁੱਕੇ ਨੇ। ਭੈਣ ਜੀ ਨੂੰ ਗੁਰਮਤ ਦੀ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਵੀ ਬੜੀ ਜਾਣਕਾਰੀ ਹੈ, ਬੜੇ ਗਿਆਤਾ ਨੇ ਤੇ ਇੱਕ ਬਹੁਤ ਚੰਗੇ ਇਹ ਵਕਤਾ ਵੀ ਨੇ। ਤਾਂ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ, ਜਿਨ੍ਹਾਂ ਨੇ, ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੇਰੀ ਬੇਨਤੀ ਸਵੀਕਾਰ ਕੀਤੀ ਹੈ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਘਰ ਪਰਿਵਾਰ, ਜਿਹੜਾ ਗੁਰਮਤ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਬਾਰੇ ਭੈਣ ਜੀ ਅੱਜ ਆਪਣੇ ਜਿਹੜੇ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ। ਮੈਂ ਭੈਣ ਜੀ ਨੂੰ ਬੇਨਤੀ ਕਰਦਾ ਕਿ ਜੀ ਉਹ ਅੱਜ ਦਾ ਇਹ ਵਿਸ਼ਾ ਸ਼ੁਰੂ ਕਰੋ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਗੁਰੂ ਸਵਾਰੀ, ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਪਰਮ ਪਿਤਾ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਇਹ ਸਬਬ ਬਣਾਇਆ ਕਿ ਅਸੀਂ ਸਾਧ ਸੰਗਤ ਰੂਪ ਹੋकर ਵਿਚਾਰਾਂ ਦੀ ਸਾਂਝ ਕਰ ਸਕੇ। ਗਿਆਨ ਧਿਆਨ ਕਿਛ ਕਰਮ न जाना, नाहिम निर्मल करनी, साध संगत के अंचल लाओ, बिखम नदी जाए तरनी। सच्चे पातशाह मेहर करन, आप सिर ते हाथ रख के विचार करान ते आप ही सुनन। उन्हें डॉक्टर साहब ने परिवार की गल की, क्या न्यूक्लियर फैमिली, मैनू ये दसते हुए खुशी हो रही है कि मेरा इन्ना वधिया परिवार, मेरे ताया जी इत्थे अज जुड़े हुए ने, खास तरीके ते मेरा उत्साह वधान लई मेरे दो ताया जी भी इस प्रोग्राम में जुड़े ने। परिवार का असी बड़ा महत्व समझने ते शुक्र है। और थैंक यू डॉक्टर हरिंदरपाल सिंह जी ने, मैं नहीं मानी है पर तुसी मेरे बहुत ही अच्छे शब्दों नाल स्वागत किया है, थैंक यू वेरी मच। श्री गुरु ग्रंथ साहब रत्ना दा सागर है, इस ते शब्दार्थ समझने, जेड़ा लिखिया होया है सिर्फ उसका ही मीनिंग समझना बड़ा मुश्किल है। ते भावार्थ, भावां दा अर्थ जिदे ते कई रीडिंग बिटवीन द लाइन्स जिन्हों कहते हैं, जिदे कई अर्थ हो सकते हैं कि कोई किसी भी लिमिट तक समझ सकता है तो कोई कितना भी समझ नहीं भी सकता। क्यों? क्योंकि आप अपनी बुध है जेती, बरनत पिन पिन तोहे तेती। असी सब ने एक कहानी सुनी हुई है, एक बार एक हाथी नू खड़ा कर दिता गया ते कोई उहदे पैर फड़ रहा है, कोई उहदी पूंछ फड़ रहा है, तो कोई सूंड फड़ रहा है, तो हर कोई हाथी नू अलग अलग तरह नाल समझदा। ते ये जिहड़ी चीज है साडे जो टोटैलिटी है, असी जो है एक छोटा जा जर्रा है। मैं एक और एग्जाम्पल लैके कहांगे, मान लो एक कार दी हेडलाइट नू कहा जाए कि कार नू बयान करे, तो उहदे लई पॉसिबल नहीं। इसी तरह असी संसार दा एक जरा जा जर्रा हाँ, असी पूरे संसार नू, परमात्मा दा टुकड़ा ते जरूर हाँ। जिस तरह हुणे गल कीती गई कि साडे विचारां विच ना सिर्फ बॉडी माइंड और सोल भी हुंदी है, आत्मा साडे अंदर है जिहड़ी परमात्मा तो विछड़ी हुई है और परमात्मा दा ही हिस्सा है, पर वो इतना छोटा अंश है कि वो परमात्मा दी पूरी होंद नू नहीं समझ सकती। एक समुंदर के अंदर जिहड़ी नदी दी बूंद मिलनी है या बारिश दी बूंद मिलनी है, वो पूरे समुंदर दे जो उसका होंद है उसनू नहीं समझ सकती। पर वाहिगुरू जी मेहर करन, आप बोलन ते आप बुलान। देखिए असी असली रिश्ता ते वाहिगुरू जी नाल ही बनाना है।
अगर दुनिया के रिश्तियां की गल करिए तो 3 चीज़ां नाल गवर्न होंदे ने। एक होंदा है रेट, एक होंदा है वेट, ते एक होंदा है डे। ਅਸੀਂ ਦੇਖਨੇ ना कोई भी पैकेट ले आने या कुछ भी चीज़ है उस दे उत्ते एक्सपायरी डेट लिखी होंदी। ते अगर वाहिगुरु जी की गल करिए तो वाहिगुरु जी इन्हां तिन्नां विचों किसी भी चीज़ नाल डेट, रेट और वेट उन्हां दा उस दे नाल कोई संबंध नहीं है, वो इन्हां सब तो उपर ने। जे डेट की गल करिए ते वाहिगुरु जी ते आद सच जुगाद सच है भी सच नानक होसी भी सच। आदि तो सी अनंत तिकन रहनगे, इनफिनिटी तिकन रहनगे, उन्होंने ना कोई बना सके ना कोई बना सकेगा, वही सबनों बना रहे हैं। ते अगर रेट की गल करिए, रेट मतलब जिस तरह इन्ने रुपए किलो, इन्ने ग्राम, ए वो परमात्मा का कोई रेट नहीं, कोई सिलेबस नहीं जैसी कहिए कि ए पढ़ ले इन्नी बारी पाठ करिए। कई लोग कहते ने इन्ने पाठ जपजी साहब दे करो, इन्ने सुखमनी साहब दे करो, इन्ने सहज पाठ करो, वाहिगुरु नाल मिलाप हो जाएगा। ऐसा कुछ नहीं है, कोई सिलेबस नहीं है। बाबा जी दे नाल ते सिर्फ और सिर्फ उन्हां दी किरपा राही ही मेल हो सकता है। ते वो कोई बंदा सीगा एक कहन लगा कि मैं परमात्मा की तपस्या की 20 साल एक शिला ते खड़ा रहा ते प्रसन्न होके परमात्मा ने दर्शन दिते, क्या मांग ले? मंगदा कुछ नहीं, जो मैं किता है वो दो। उन्होंने कहा भाई तेरे देख ले, जो तू कहेगा वो तेन दिता जाएगा, मांग ले। वो कमांड च आके किथे मंगदा सी, कहंदा जेड़ा मैं किता है बस उसका फल दिता जाए। तो फल है कि 20 साल तू इस चट्टान ते खड़ा होकर तपस्या की है, हुण 20 साल इन्हू अपने सिर ते रख तां तेरा हिसाब बराबर हो। ते जेड़ा कमांड है या ये समझना कि असी किसी प्रिस्क्रिप्शन नाल वाहिगुरु नू पालांगे, कोई ऐसा जरिया नहीं है, सिर्फ वाहिगुरु दी मेहर और मेहर ही है जिस दे नाल उसनू पाया जा सकता है। ते जे वेट की गल करिए कि मतलब प्रायोरिटी कि केड़ी चीज पलना या केड़ी चीज बाद विच, ते वाहिगुरु दा प्रेम या वाहिगुरु दी अगर मेहर अपार बख्शिश हो जाए तो की है भाई अमोली पारा तोली मुगत जुगत दर खोला। जो उसनू पसंद आ जाइए एक खेने च उसदे हो जाइए, ते जे ना पसंद आइए, जे अपनी हरकतें ऐसी रखिए जो उसके नाल मिलाप नहीं होना, ते फिर ते जिंदगी पर भी लगे रहिए, भावें पाठ करते रहिए ते भावें गुरुद्वारे जाइए, सिमरत वेद पुराण कारण पोथियां नाम बिना सब कूड़ गाली होछियां। जो उसके अंदर साढ़े अंदर प्यार ना आया रब वाल ते फिर कुछ भी नहीं हो सकता। ते कहन दा भाव यह है कि वाहिगुरु जी दा सदका, वाहिगुरु जी दी मेहर दा सदका यह हो सकता है कि वो सानू आप मिल जाए। आप जपाए जपे सो नाओ। चलो कोशिश करिए कि असी वाहिगुरु जी दे नाल रिश्ता जोड़िए, वाहिगुरु जी दा परिवार बनिए, क्योंकि जाको सिमर अजामल उदरेओ गनिका हुंगत पाए। बाबा जी वाहिगुरु जी ऐसे दयावान ने जेड़े गनिका जैसे, जो संसार विच कहा जाता है ना कि बहुत ही बुरा काम उसनू भी गति दे सकते ने, अजामल नू खिन च तार सकते ने। ते असी समझिए असी भी किस तरह वाहिगुरु जी नाल रिश्ता जोड़ना है कि साडा भी पार उतारा हो जाए। कबीर साहब दा शब्द है, दीन दयाल भरोसे तेरे सब परवार चढ़ाया बेड़े। असी रोज वाहिगुरु जी नू अरदास करने आ, सानू भरोसा दान दो। जदों करने ना विसा दान भरोसा दान, पर किस चीज का भरोसा? भरोसा कि असी वाहिगुरु जी का पाना मान सकिए, भरोसा कि असी अपने परिवार सहित उस नाव, केड़ी नाव, ऐ नहीं कि कोई फिजिकल नाव आने वाली है, कोई बेड़ा आएगा जिससे असी चढ़ जाना है। वो नाव असी आप ही बननी है। वो की है, जेड़े भी गुरबाणी दे विचार ने उस दे उत्ते असी अमल कर सकिए। तो जेड़ा अमला रूपी गुरबाणी ते अमल रूपी नाव है ना, उस दे उत्ते जदों पूछा गया सी ना गुरु नानक देव जी नूं कि हिंदू अच्छा या मुसलमान, तो उन्होंने कहा शुभ कर्मा बाजो दोनों रोए। जे अमल ना किता तो फिर कोई फायदा नहीं,
ਤੇ ਗੁਰਬਾਣੀ ਤੇ ਅਮਲ ਰੂਪੀ ਨਾਮ ਵਿੱਚ ਅਸੀਂ ਬੈਠ ਸਕੀਏ ਤੇ ਭਵ ਸਾਗਰ ਪਾਰ ਕਰੀਏ। ਤੇ ਫਿਰ ਅਸੀਂ ਕਹਿ ਰਹੇ ਹਾਂ ਇਹ ਪਰਿਵਾਰ ਚੜਾਇਆ ਬੇੜੇ, ਤੇ ਸਾਡੇ ਪਰਿਵਾਰ ਵਿੱਚ ਕੌਣ, ਇਹ ਪਰਿਵਾਰ ਹੈ ਕੌਣ, ਇਸ ਵਿੱਚ ਕੌਣ ਕੌਣ ਸ਼ਾਮਿਲ ਹੋ ਸਕਦਾ। ਅਸੀਂ ਸਭ ਜਾਣਦੇ ਹਾਂ ਕਿ ਮਨੁੱਖ ਜਿਹੜਾ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ। ਇਸ ਨੂੰ ਦੂਸਰਿਆਂ ਦੇ ਨਾਲ ਰਹਿਣਾ ਅੱਛਾ ਲੱਗਦਾ ਹੈ ਔਰ ਉਹ ਦੂਸਰਿਆਂ ਦੇ ਨਾਲ ਹੀ ਰਹਿੰਦਾ ਹੈ, ਔਰ ਇਸ ਨੂੰ ਰਿਸ਼ਤਿਆਂ ਦੀ ਲੋੜ ਬਹੁਤ ਜਾਪਦੀ ਹੈ। ਤੇ ਅਗਰ ਅਸੀਂ ਗੌਰ ਕਰੀਏ ਤੇ ਸਿਰਫ ਮਨੁੱਖ ਹੀ ਐਸਾ ਪ੍ਰਾਣੀ ਨਹੀਂ ਹੈ ਜਿਹੜਾ ਸਮਾਜਿਕ ਹੈ ਜਾਂ ਜਿਹੜਾ ਮਿਲ ਜੁਲ ਕੇ ਰਹਿੰਦਾ ਹੈ। ਇਸ ਤਰ੍ਹਾਂ ਕਈ ਜੀਵ ਜੰਤੂ ਵੀ ਨੇ, ਸਮਾਜਿਕ ਨੇ। ਸਭ ਤੋਂ ਪਹਿਲਾਂ ਦੇਖਿਆ ਅਸੀਂ ਦੇਖਿਆ ਮਧੂਮੱਖੀਆਂ ਕਿੰਨੀ ਸਾਰੀਆਂ ਰਲ ਮਿਲ ਕੇ ਰਹਿੰਦੀਆਂ ਨੇ, ਇਹਨਾਂ ਦੀ ਰਾਣੀ ਵੀ ਹੁੰਦੀ, ਮਤਲਬ ਗਵਰਨੈਂਸ ਸਟਰਕਚਰ ਵੀ ਹੈ। ਕੀੜੀਆਂ ਨੂੰ ਦੇਖੇ ਇੱਕ ਦੂਜੇ ਨਾਲ ਟਕਰਾਉਂਦੀ ਹੈ, ਕੋਈ ਉਸੇ ਰਾਹ ਚੱਲ ਪੈਂਦੀ ਤੇ ਕੋਈ ਵਾਪਸ ਮੁੜ ਜਾਂਦੀ, ਕੁਝ ਤੇ ਕਮਿਊਨੀਕੇਟ ਕਰਦੀਆਂ ਨੇ। ਹਾਥੀ ਵੀ ਝੁੰਡਾਂ 'ਚ ਰਹਿੰਦੇ ਨੇ। ਉੱਤੇ ਅਸੀਂ ਦੇਖਿਆ ਇੱਕ ਭੌਂਕਦਾ ਹੈ ਤੇ ਸਾਰੇ ਭੌਂਕਣ ਲੱਗਦੇ ਨੇ, ਇੱਕ ਦੂਜੇ ਨਾਲ ਏਕਤਾ ਦਿਖਾਉਂਦੇ ਨੇ। ਔਰ ਬੰਦਰ ਵੀ ਟੋਲੀ 'ਚ ਰਹਿੰਦਾ। ਤੇ ਫਿਰ ਮਨੁੱਖ ਵਿੱਚ ਜਾਂ ਉਸਦੇ ਪਰਿਵਾਰ ਵਿੱਚ ਕਿਹੜੀ ਖਾਸ ਗੱਲ ਹੈ, ਕੀ ਖਾਸੀਅਤ ਹੈ? ਬਿਲਕੁਲ ਖਾਸੀਅਤ ਹੈ, ਬਹੁਤ ਵੱਡੀ ਖਾਸੀਅਤ ਹੈ, ਕਿਉਂਕਿ ਬਾਣੀ 'ਚ ਦਰਜ ਹੈ ਭਈ ਪਰਾਪਤ ਮਾਨੁਖ ਤੇ ਹੁਰੀਆ ਮਨ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਤੇ 84 ਲੱਖ ਜੂਨਾਂ ਤੋਂ ਬਾਅਦ ਇਹ ਦੇ ਮਿਲੀ ਹੈ, ਜਿਹਦੇ ਨਾਲ ਕਈ ਰਿਸ਼ਤੇ ਅਸੀਂ ਜੋੜੇ ਨੇ। ਇਹ ਜੋ ਦੇ ਜਿਹੜੀ 84 ਲੱਖ ਜੂਨਾਂ ਨਾਲ, ਜੇ 84 ਲੱਖ ਦੀ ਗਿਣਤੀ ਵੀ ਕਰਨ ਲੱਗੀ ਹੈ ਨਾ, ਸ਼ਾਇਦ ਅਸੀਂ ਇੱਕ ਦਿਨ ਵਿੱਚ ਕਰ ਵੀ ਨਾ ਪਾਵਾਂਗੇ। ਤੇ 84 ਲੱਖ ਜੂਨਾਂ ਚੋਂ ਨਿਕਲ ਕੇ ਅਸੀਂ ਇੱਥੇ ਆਏ ਹਾਂ, ਤੇ ਕਿਸ ਲਈ ਮਿਲੀਏ? ਕਿ ਅਸੀਂ ਪਰਮਾਤਮਾ ਨੂੰ ਪਾ ਸਕੀਏ। ਇਹ ਤੇ ਬੜਾ ਹੀ ਵੱਡਾ ਸੁਭਾਗ ਹੈ ਕਿ ਇਹ ਦੇ ਪਾਈਏ, ਕਿਉਂਕਿ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਈ ਭਜ ਹਰ ਕੀ ਸੇ। ਦੇਵਤਾ ਵੀ ਇਸ ਦੇਹੀ ਲਈ ਤਰਸਦੇ ਨੇ, ਕਿਉਂਕਿ ਸਾਡਾ ਪਾਰ ਜਿਹੜਾ ਬੇੜਾ ਪਾਰ ਹੋਣਾ, ਭਵ ਸਾਗਰ ਪਾਰ ਹੋਣਾ ਤੇ ਇਸੀ ਦੇਹੀ ਨਾਲ ਹੋਣਾ ਹੈ। ਮਨੁੱਖਾ ਜਨਮ ਵਿੱਚ ਹੀ ਵਾਹਿਗੁਰੂ ਜੀ ਨੂੰ ਪਾਇਆ ਜਾਣਾ ਹੈ, ਤੇ ਰਿਸ਼ਤਿਆਂ ਦੀ ਇਸ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੋਏਗੀ, ਬਹੁਤ ਮੁੱਖ ਰੋਲ ਹੈ। ਬਾਣੀ ਵਿੱਚ ਅੰਕਿਤ ਹੈ ਗ੍ਰਸਤ में सोई निर्वाण, अंग 281 ਤੇ ਲਿਖਿਆ ਹੈ ਗ੍ਰਸਤ में सोई निर्वाण, यानी ਸਾਨੂੰ ਗ੍ਰਸਤ ਦਾ ਜੀਵਨ ਹੀ ਜੀਣਾ ਹੈ, ਰਿਸ਼ਤਿਆਂ ਨੂੰ ਨਿਭਾਣਾ ਹੈ, ਤਾਂ ਹੀ ਸਾਨੂੰ ਨਿਰਵਾਣ ਮਿਲੇਗਾ। सब कुछ ਛੱਡ ਕੇ ਨਸ ਨਹੀਂ ਜਾਣਾ ਕਿ ਪਰਿਵਾਰ ਹੈ ਜਾਂ ਮੇਰੀ ਜੋ ਡਿਊਟੀਆਂ ਨੇ ਉਹਨੂੰ ਛੋੜ ਜਾਈਏ ਤੇ ਨਸ ਜਾਈਏ ਨਾ। ਆਪਣੀ ਜ਼ਿੰਮੇਵਾਰੀਆਂ ਸਾਨੂੰ ਨਿਭਾਣੀਆਂ ਹੀ ਹੈ। ਅਗਰ ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਨਸ ਜਾਾਂਗੇ ਤੇ ਸਾਨੂੰ ਮੁਕਤੀ ਨਹੀਂ ਮਿਲ ਸਕਦੀ। ਆਪਣੇ ਸਾਰੇ ਰਿਸ਼ਤੇ ਸਾਨੂੰ ਨਿਭਾਣੇ ਨੇ। ਸਾਰੇ ਗੁਰੂ ਸਾਹਿਬਾਂ ਨੇ ਗ੍ਰਸਤ ਜੀਵਨ ਦਾ ਗ੍ਰਸਤ ਵਿੱਚ ਹੀ ਰਹੇ ਨੇ। ਗੁਰੂ ਨਾਨਕ ਦੇਵ ਜੀ ਨੇ ਵੀ ਵਿਆਹ ਕੀਤਾ, ਉਹਨਾਂ ਦੇ ਵੀ ਬੱਚੇ ਸੀ। ਸਾਰੇ ਗੁਰੂ ਸਾਹਿਬ ਜੀ ਅਗਰ ਦੇਖੀਏ, ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਵਿਆਹ ਹੋਇਆ, ਪਰਿਵਾਰ ਸੀਗਾ। ਸਭ ਨੇ, ਸਾਰੇ ਗੁਰੂ ਸਾਹਿਬਾਂ ਨੇ ਗ੍ਰਸਤ ਜੀਵਨ ਦਾ ਹੀ ਪਾਲਣਾ ਕੀਤਾ ਹੈ। ਪਰ ਸਾਡੇ ਲਈ ਇਹ ਹੈ ਕਿ ਅਸੀਂ ਇਹ ਨਾ ਸੋਚੀਏ ਕਿ ਵਿਆਹ ਕਰ ਲਿਆ ਜਾਂ ਸ਼ਾਦੀ ਕਰ ਲਈ ਤੇ ਚਲੋ ਜੀ ਗ੍ਰਸਤ ਜੀਵਨ ਗੁਜ਼ਾਰ ਲਿਆ ਤੇ ਸਾਨੂੰ ਮੁਕਤੀ ਮਿਲ ਜਾਏਗੀ। ਨਾ, ਐਸਾ ਨਹੀਂ ਹੈ। ਕਬੀਰ ਜੀ ਕਹਿੰਦੇ ਨੇ, ਜਿਹੜਾ 1376 ਅੰਕ ਤੇ ਉੱਤੇ ਅੰਕਿਤ ਹੈ, ਕਬੀਰ ਜੋ ਗ੍ਰਹਿ ਕਰੇ ਤਾ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ करे ताको बड़ो अभाव। हे कबीर, जे तू कारबारी बंदा है ते कारबारी वाला फर्ज भी निभा। की है साडा फर्ज? नाम जपना, वंड छकना ते किरत करनी। ना किरत तो नसना है, ना नाम जपन तो छोड़ना है। चाहे बचपन होए, चाहे जवानी होए, चाहे बुढ़ापा होए, किसी भी उम्र परमात्मा का नाम लेना बहुत ही जरूरी है। वंड के छकना है और किरत करनी है, यानी कि काम कर छोड़ छाड़ के बह जाना है। पर जे तू गृहस्थ च रह के भी माया विच, फिर तो बिल्कुल लिप्त है, तो इस तो अच्छा तेनू त्याग ही दे। ते जे तू त्याग के भी माया दे जंजाला नू ही सहेड़ना है, उसदे विच ही खचित होना है, तां तो तेरे तो वड्डा कोई बदकिस्मत है नहीं। क्योंकि ना तू इत्थे जोगा, ना तू उत्थे जोगा, ना तू गृहस्थ जोगा, ना सन्यासी जोगा, ना तू ऐसा कि जो अपने परिवार की पालना कर सके, ना तू ऐसा जड़ा सन्यास लैके कर सके। ते
ਗ੍ਰਸਤ 'ਚ ਰਹਿਣਾ ਹੈ ਤੇ ਗ੍ਰਸਤ ਨੂੰ ਵੀ ਧਰਮ ਨਾਲ, ਆਪਣੇ ਸਾਰੇ ਰਿਸ਼ਤਿਆਂ ਨੂੰ ਧਰਮ ਦੇ ਨਾਲ ਨਿਭਾਉਂਦੇ ਹੋਏ ਚੱਲਣਾ ਹੈ। ਪਰਿਵਾਰਿਕ ਰਿਸ਼ਤਿਆਂ ਦੇ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਪਹਿਲਾ ਮਹੱਲਾ ਚੌਥੇ ਦੀ ਮੈਂ ਗੱਲ ਕਰਾਂਗੀ ਕਿ ਅੰਗ 494 ਵਿੱਚ ਲਿਖਿਆ ਹੈ, माई बाप पुत्र सब हर के किए, सबना को संबंध हर कर दिए। मां प्यो पुत्र सब रब दे बनाए ने, ਇਹ सब रिश्ते ते इन्हां विच सांझ रब ने आप बनाई है। यानी परमात्मा सारे रिश्तियां विच वरतदा है। अंग 77 ते लिखा है, मात पिता भाई सुत बंता, तिन भीतर प्रभु संजोया। मां प्यो पुत्र भरा इस्त्री, इन्हां रिश्तियां विच प्रभु आप संजो देंदा है। अंग 70 ते लिखा है, मात पिता सुत भाईया, साजन संग प्रीत। मां प्यो पुत्र भरा साजन दी प्रीत तेरे नाल है, वाहिगुरु ने आप तेरे नाल कीती है। ते रिश्तियां नूं कई तरह बाणी विच दर्शाया गया है। दरअसल परिवार रिश्तियां दी सांझ करके ही बनदा है। रिश्ते दो तरह दे हुंदे ने, एक होंदा है विचारिक। विचारिक मतलब खून का रिश्ता नहीं, जिस तरह पति पत्नी का रिश्ता भी विचारिक है, या फिर गुरु और शिष्य का रिश्ता विचारिक है, मित्रां का रिश्ता विचारिक है कि एक दूजे नाल जुड़े हुए ने पर उन्हां दा खून का संबंध नहीं, लेकिन एक खून दे भी रिश्ते होंदे ने, जिस तरह मां पुत्र का रिश्ता, प्यो पुत्र का रिश्ता, भरा भैन का रिश्ता इत्यादि रिश्ते। पति ते पत्नी का रिश्ता है ते विचारिक, पर इस तो कई खून दे रिश्ते जेड़े ने वो जन्म लेंदे ने। ते जिस तरह नानके दादके सारे दे सारे पति पत्नी दे मेल नाल जो बच्चा पैदा होंदा है, तो उस तो कई रिश्ते जेड़े ने वो जन्म लेंदे ने। रिश्ते टुटदे भी ने ते बनदे भी रहंदे ने। अगर एक इंसान अकाल चलाना कर जाए तो उस तो संबंधित सारे रिश्ते टूट जाते हैं। जब वो ही नहीं रहा तो फिर उससे संबंधित रिश्ते किथे गए? किथे तेरे मां प्यो जिन्ने तू जनियो, तुद पास वो लग गए। जब चले गए तो फिर उस तो बाद वो रिश्ता नहीं रहा। तो जदों नवा बच्चा पैदा होंदा है तो नवे रिश्ते बनते ने, माता पिता भैन भरा, मामा चाचा नानी दादी इत्यादि। हुण एक गल होर बहुत इंपॉर्टेंट है कि मनुख सिर्फ शरीर ही नहीं है, मनुख सिर्फ शरीर ही नहीं है बल्कि उस तो ज्यादा है, उसका आध्यात्मिक रूप भी है। यानी कि असी सिर्फ स्थूल रूप विच नहीं, हाँ साडा जिहड़ा है सूक्ष्म रूप भी है, पर असी ज्यादातर अपने शरीर विच ही उलझ के रह जाने और अपने आप नूं शरीर जो असी अपने आप नूं शीशे च देखने हैं ना उहियो समझने। ते गुरबाणी विच भी गुरु साहब ने जिहड़े रिश्तियां दी गल कीती है, या साडे गुरु ग्रंथ साहब विच गुरु साहबां दी शारीरिक दास्तान नहीं लिखी हुई कि इन्हां दा जन्म ऐ होया, इन्हां दे मां प्यो ऐसी, इस तरह की कोई गल नहीं है, बल्कि अध्यात्म दी गल्लां ने। ते जे अध्यात्म दी गल्लां ने ते सानू गुरबाणी दे विच अपने जो सूक्ष्म रूप है उन्होंने भी देखना ते समझने दी गल कीती गई, और साडे लई ओ बहुत जरूरी है कि असी ओ समझिए। ते गुरबाणी सानू दोनों लोकां च रहना सिखांदी है। ए लोक सुखी ये परलोक सुहेले। परलोक दी तैयारी लई जदों सानू दस्या गया है ते ए कहा गया है कि इत्थे जेड़ा है माया दा बड़ा काम चल रहा है। ते माया है कि ए माया जित हर बिसरे मोह उपजे पाओ दूजा लाया। ते जेड़े सानू कई रिश्ते या जो भी शरीर शरीर नजर आते ने ये सच ते ने पर अल्टीमेटली सच नहीं ने। ते ये जेड़े ने इन्हां च खचित नहीं हो जाना। मिथ्या हउमे ममता माया बिन बूझे मिथ्या सब पे। जे असी वाहिगुरु नूं नहीं बुझ सकते ना ते जेड़ी साडी शरीर दी होंद है, जेड़ा साडा शरीर है, असी उस नाल उसी च खचित हो जाएंगे और वाहिगुरु नाल प्रेम नहीं पा सकांगे। अंग 700 ते लिखे मात पिता बनता सुत बंदा इष्ट मीत और भाई
पूरब जन्म के मिले संजोगी अंते को न सखाई। ਜਿਹੜੇ ਸਾਡੇ ਰਿਸ਼ਤੇ ਸਰੀਰ ਦੇ ਨੇ ਨਾ, ਇਹ ਸਾਰੇ ਦੇ ਸਾਰੇ ਅਸੀਂ ਕਰਮਾਂ ਦੇ ਕਰਕੇ, ਪਿਛਲੇ ਅਗਲੇ ਕਰਮਾਂ ਕਰਕੇ ਸਾਡੇ ਸੰਜੋਗ ਬਣੇ ਨੇ ਕਿ ਸਾਡਾ ਉਹਨਾਂ ਨਾਲ ਮੇਲ ਮਿਲਾਪ ਹੋਇਆ ਹੈ। ਔਰ ਅੰਤ ਤੇ ਸਿਰਫ ਔਰ ਸਿਰਫ ਵਾਹਿਗੁਰੂ ਦੇ ਨਾਮ ਤੋਂ ਇਲਾਵਾ ਕੋਈ ਸਹਾਈ ਨਹੀਂ ਹੋਣਾ। ਤੇ ਕੀ ਕਰਨਾ, ਇਹ ਕੁਟੰਬ ਤੂੰ ਜੋ ਦੇਖਦਾ ਚੱਲੇ ਤੇ ਨਹੀਂ ਤੇਰੇ ਨਾਲੇ, ਤੂੰ ਸਿਰਫ ਇਸ ਦੇ ਪਿੱਛੇ ਹੀ ਨਾ ਲੱਗਿਆ ਰਹੇ। ਜਿਹੜਾ ਕੁਟੰਬ ਹੈ, ਇੱਕ ਤੁਸੀਂ ਸਾਖੀ ਜਾਣਦੇ ਹੀ ਹੋ, ਇੱਕ ਉਂਗਲੀ ਮਾਰ ਸੀ, ਉਹ ਲੋਕਾਂ ਨੂੰ ਮਾਰਦਾ ਸੀ ਤੇ ਆਪਣੇ ਪਰਿਵਾਰ ਲਈ ਪੈਸਾ ਇਕੱਠਾ ਕਰਦਾ ਸੀ। ਤੇ ਇੱਕ ਵਾਰੀ ਕਿਸੇ ਸੰਤ ਨੇ ਕਿਹਾ, ਜਾ ਆਪਣੇ ਪਰਿਵਾਰ ਨੂੰ ਪੁੱਛ ਕੇ ਆ ਕਿ ਜਿਹੜਾ ਤੂੰ ਸਾਨੂੰ ਲੁੱਟ ਕਸੁੱਟ ਕੇ ਪੈਸੇ ਲੈ ਕੇ ਜਾ ਰਹੇ ਹੈ, ਕਿਆ ਤੇਰਾ ਪਰਿਵਾਰ ਇਸ ਪਾਪ ਦਾ ਭਾਗੀਦਾਰੀ ਬਣੇਗਾ? ਜਦ ਉਸਨੇ ਆਪਣੀ ਵੋਟੀ ਤੇ ਬੱਚਿਆਂ ਤੋਂ ਪੁੱਛਿਆ, ਉਹਨਾਂ ਨੇ ਸਾਫ਼ ਮਨਾ ਕਰਤਾ। ਕਹਿੰਦੇ ਨਾ, ਇਹ ਤੇਰਾ ਕੰਮ ਹੈ ਕਿ ਤੂੰ ਭਰਨ ਪੋਸ਼ਣ ਕਰ, ਕਿਸ ਤਰ੍ਹਾਂ ਕਰਨਾ ਹੈ ਤੂੰ ਜਾਣਨਾ ਹੈ, ਸਾਡੇ ਉੱਤੇ ਕੋਈ ਪਾਪ ਨਹੀਂ ਹੈ। ਤੇ ਇਹ ਕੁਟੁੰਬ ਤੂੰ ਜੋ ਦੇਖਦਾ, ਇਹ ਤੇਰੇ ਨਾਲ ਚੱਲਣ ਵਾਲਾ ਨਹੀਂ ਹੈ, ਚੱਲੇ ਨਾ ਹੀ ਤੇਰੇ ਨਾਲ ਲੈ। ਤੇ ਇਸ ਕਰਕੇ ਸਿਰਫ ਸਰੀਰ ਨੂੰ ਹੀ ਸੱਚ ਨਹੀਂ ਮੰਨ ਲੈਣਾ, ਸਰੀਰ ਦੇ ਸਾਰੇ ਰਿਸ਼ਤੇ ਨਿਭਾਣੇ ਨੇ, ਜ਼ਰੂਰ ਨਿਭਾਣੇ ਨੇ, ਪਰ ਫਿਰ ਵੀ ਨਿਰਲੇਪ ਰਹਿਣਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ? ਹੋ ਸਕਦਾ ਹੈ ਬਾਣੀ ਵਿੱਚ ਇਸ ਦੇ ਬਾਰੇ ਵੀ ਕਲੂ ਦਿੱਤਾ ਗਿਆ ਹੈ, ਜਿਸ ਤਰ੍ਹਾਂ ਜੈਸੇ ਜਲ ਮੇ ਕਮਲ ਅਲੇ। ਤੇ ਜੇ ਅੰਕ 972 ਤੇ ਅੰਕਿਤ ਹੈ, ਨਾਮਦੇਵ ਜੀ ਕਹਿੰਦੇ ਨੇ, ਮਨ ਰਾਮ ਨਾਮਾ ਬੇਥਿਲੇ ਜੈਸੇ ਕਨਿਕ ਕਲਾਚਿਤ ਮਾਂਡੇਲੇ, ਆਨੀਲੇ ਕਾਗਦ ਕਾਟੀਲੇ ਗੂੜੀ आकाश मधे भरमायले, पंच जना संग बात बतौआ चीत सो डोरी राखेले। जदों सुनियार अपने सोने दे उत्ते काम करदा है ते ओ चाहे इत्थे उत्थे गल्लां कर रहा होए, ओदा ध्यान उस डिजाइन ते ही है। मां जिथे मर्जी होए, ओदा ध्यान अपने बच्चे विच है। इस तरह जिस तरह पिंड विच जनानियां एक दे उत्ते एक कुंभ लैके जांदियां ने, घड़े लैके जांदियां ने, गल्लां करदियां ने, मजाक करदियां ने, पर पानी नहीं गिरन देंदे, ध्यान उस तरह होंदा है। मुंडे भी पतंग उड़ांदे हुए एक दूजे नाल मजाक हसी खेड कर रहे ने, पर चित जेड़ा डोरी विच है। मतलब सब कुछ कर रहे ने, पर जेड़ा मेन पर्पज है उन्होंने नहीं भूल रहे। इसी तरह असी भी अपने सारे रिश्ते निभाने ने जेड़े शरीर दे ने, पर जेड़ा साडा मेन पर्पज है वाहिगुरू नूं लोड़ना, उन्हों नहीं भुलना। साडा मुख उद्देश्य सिर्फ वाहिगुरू नूं लोड़ना है, उन्हों मिलन लई प्रयास करना है, इनू नहीं भुलना, नहीं भुलना, नहीं बन। प्राणी तू आया लाहा लैन, लगा कित कु फकड़े, सब मुकदी चली रहन। उन बानी विच इशारा भी किया गया कि किस तरह सानू अपने रिश्तियां नू, शरीर दे रिश्तियां असी हुण हर छोटे छोटे रिश्तियां दी गल करके, हर रिश्ते जेड़े साडे शरीर नाल जुड़े हुए ने उन्हां नू लैके गल करांगे कि बानी सानू किस तरह दसदी है कि असी उन्हां नू निभाईए। सब तो पहला असी लांगे बच्चे ते मां दा रिश्ता। मां बच्चे नू होंद देंदी है, अपने खून नाल सींचदी है, हिम्मत देंदी है, उत्साह देंदी है, जीन दा मकसद देंदी है। माता धरती वाकन है ना, पवन गुरु पानी पिता, माता तरत महत। पानी धरती जड़ी है माता वाकन है, जो अपने गर्भ विच शिशु नू रख के उहदे अंदर रक्त दा संचार करदी है, बच्चे दे नाल रहंदी है। अंग 629 ते है, ज्यों माता बाल लपटावे त्यों ज्ञानी नाम कमावे। जिस तरह माता मोह नाल अपने बच्चे नाल चंबड़ी रहंदी है, उसी तरह गुरमुख नाम दी कमाई करता है। मां अपने बच्चे नू असीस देंदी है, की असीस देंदी है? पूता माता की आसीस निमक न बिसरो, तुमको हर हर सदा भजो जगदीश। ये नहीं कह रही कि तेनू पैसा मिले, तन ताने मिले, लंबी उम्र मिले, ए होए ओ होए, पर की असीस देंदी है कि वाहिगुरू तेनू हमेशा याद रहे। ये जिहड़ा है असी अजकल दी मातावां हर वक्त अपने बच्चों नू की कहने आ कि ये पढ़ ले, ये कर ले, सिर्फ और सिर्फ असी उन्हां नू पढ़ाई नाल जोड़ने आ, सिर्फ और सिर्फ असी मानसिक और शारीरिक तौर ते उन्हां नू दुनियावी चीज़ां नाल जोड़ने आ। पर एक माता दा ये बहुत वड्डा फर्ज है
कि वो अपने बच्चे ਨੂੰ ਅਧਿਆਤਮ ਦੀ ਤਰਫ ਲੈ ਕੇ ਜਾਏ, ਕਿਉਂਕਿ ਅਗਰ ਵਾਹਿਗੁਰੂ ਚਾਹੇ ਤੇ ਖਿੰਨੇ 'ਚ ਬੱਚੇ ਨੂੰ ਬਿਲਕੁਲ ਆਪਣੇ ਗੋਦੀ 'ਚ ਲੈ ਕੇ ਇੰਨੀ ਕਾਮਯਾਬੀ ਦੇ ਸਕਦੇ ਨੇ ਕਿ ਅਸੀਂ ਕਹਿ ਵੀ ਨਹੀਂ ਸਕਦੇ, ਪਰ ਅਸੀਂ ਆਪਣੇ ਬੱਚਿਆਂ ਨੂੰ ਉਸ ਵੱਲ ਪ੍ਰੇਰਦੇ ਹੀ ਨਹੀਂ, ਅਧਿਆਤਮ ਦੇ ਵੱਲ ਲੈ ਕੇ ਹੀ ਨਹੀਂ ਚਾਹੁੰਦੇ। ਅਸੀਂ ਆਪ ਹੀ ਦੁਨਿਆਵੀ ਚੀਜ਼ਾਂ ਦੇ ਵਿੱਚ ਖਚਿਤ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਉਸ ਵਿੱਚ ਹੀ ਖਚਿਤ ਕਰਨਾ ਚਾਹੁੰਦੇ ਹਾਂ। ਤੇ ਇਹ ਜਿਹੜੀ ਗੱਲ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਚੱਲਣ ਦੀ ਸਿੱਖ ਦੇਣੀ ਹੈ। ਤੇ ਜੇ ਕੋਈ ਬੱਚੇ ਤੋਂ ਗਲਤੀ ਹੋ ਜਾਏ ਤੇ ਫਿਰ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਤ ਚੇਤੇ। ਆਪਣੇ ਬੱਚਿਆਂ ਨੂੰ ਅਧਿਆਤਮ ਦੀ ਤਰਫ ਲੈ ਕੇ ਜਾਣਾ ਹੈ ਤੇ ਜੇ ਉਹਨਾਂ ਤੋਂ ਕੋਈ ਗਲਤੀ ਹੋ ਜਾਏ ਤੇ ਮਾਫ ਕਰਕੇ ਵਾਪਸ ਉਹਨਾਂ ਨੂੰ ਗੁਰੂ ਦੇ ਨਾਲ ਜੋੜਨ ਦਾ ਪ੍ਰਯਾਸ ਕਰਨਾ ਹੈ। ਸਿਰਫ ਬੇਟੇ ਨੂੰ ਹੀ ਪਿਆਰ ਨਹੀਂ ਕਰਨਾ, ਬਾਣੀ ਵਿੱਚ ਬੇਟੀ ਨੂੰ ਵੀ ਪਿਆਰ ਕਰਨ ਦੀ ਗੱਲ ਕਹੀ ਹੈ, ਕਿਉਂਕਿ ਬਾਣੀ ਹੈ ਤੇ ਵੈਸੇ ਜੈਂਡਰ ਨਿਊਟਰਲ, ਅਸੀਂ ਸਾਰੇ ਹੀ ਇੱਕ ਤਰ੍ਹਾਂ ਨਾਲ ਇਸਤਰੀ ਰੂਪ ਹਾਂ, ਜਿਹੜੇ ਤਨ ਹਾਂ, ਜਿਹੜੇ ਆਪਣਾ ਪਿਰ ਜੋ ਵਾਹਿਗੁਰੂ ਹੈ ਉਸ ਨੂੰ ਮਿਲਣ ਦੇ ਪ੍ਰਯਾਸ ਕਰ ਰਹੇ ਹਾਂ। ਤੇ ਬੇਟੀ ਦੇ ਬਾਰੇ ਕੀ ਕਿਹਾ ਹੈ? 777 ਤੇ ਹੈ ਬਾਬੁਲ में नहीं, पहला ये गल करिए, बाबुल के घर बेटड़ी बाली बाले ने, दोनों ਨੂੰ ਹੀ ਪਿਆਰ ਕਰਨਾ ਹੈ ਮਾਂ ਪਿਓ ਨੇ। बाबुल मेरा वड समरथा ਕਰਨ ਕਾਰਨ ਪ੍ਰਭਹਾਰਾ, ਜਿਸ ਸਿਮਰਤ ਦੁਖ ਕੋਏ ਨਾ ਲਾਗੇ ਪਵਤਲ ਪਾਰ ਉਤਾਰਾ। ਕਿਸ ਜਦੋਂ ਕਹਿ ਰਹੇ ਨਾ ਬਾਬੁਲ ਮੇਰਾ ਵਡ ਸਮਰਥਾ, ਕਿਸ ਤਰ੍ਹਾਂ ਦੀ ਸਮਰੱਥਤਾ ਦੀ ਗੱਲ ਕੀਤੀ ਗਈ ਹੈ। ਅੱਜ ਕੱਲ ਅਸੀਂ ਦੇਖੀਏ ਤੇ ਮਾਵਾਂ ਜਾਂ ਪਰਿਵਾਰ ਦੇ ਕੁਝ ਲੋਕ ਪਰਿਵਾਰ ਤੋੜਵਾਉਣ ਦੀ ਕੋਸ਼ਿਸ਼ ਕਰਦੇ ਨੇ, ਬਲਕਿ ਹੋਣਾ ਇਹ ਚਾਹੀਦਾ ਹੈ ਕਿ ਮਾਂ ਦਾ ਕੰਮ ਕਿ ਆਪਣੇ ਬੱਚੇ ਨੂੰ ਇਸ ਤਰ੍ਹਾਂ ਪ੍ਰੇਰੇ ਕਿ ਇਸ ਸੰਸਾਰ ਰੂਪੀ ਭਵਜਲ ਨੂੰ ਪਾਰ ਕਰਨ ਦੀ ਜੁਗਤ ਦੱਸੇ। ਅੱਜ ਕੱਲ ਤੇ ਦੇਖੋ ਆਪਣੇ ਕੁੜੀਆਂ ਨਾਲ ਮਾਵਾਂ ਕੀ ਗੱਲ ਕਰਦੀਆਂ, ਤੇਰੇ ਘਰ ਕੀ ਬਣਿਆ ਤੇ ਕੀ ਖਾਇਆ ਤੇ ਕੀ ਨਹੀਂ ਖਾਇਆ, है ना। ਘਰ ਤੁੜਾਉਣ ਵਾਲੀ ਗੱਲ ਨਹੀਂ ਕਰਨੀ, ਬਲਕਿ ਸਤ ਸੰਗਤ ਦੀ ਗੱਲ ਕਰਨੀ ਹੈ। ਇਹ ਦੱਸਣਾ ਹੈ ਗੁਰਬਾਣੀ ਕਿਸ ਤਰ੍ਹਾਂ ਵਿਚਾਰ ਕਰਨੀ ਹੈ ਔਰ ਭਵਜਲ ਨੂੰ ਪਾਰ ਕਰਨ ਦੀ ਜੁਗਤ ਉਹਨਾਂ ਨੂੰ ਦੱਸਣੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਅੱਛੇ ਚੱਲਣ, ਚਾਹੇ ਬੇਟਾ ਹੈ ਤੇ ਬੇਟੀ ਹੈ। ਤੇ ਦੂਜਾ ਰਿਸ਼ਤੇ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਹ ਹੈ ਪਿਤਾ ਤੇ ਬੱਚੇ ਦਾ ਰਿਸ਼ਤਾ। ਪਿਤਾ ਕੀ ਹੈ? पिता बच्चे दे लई स्तंभ है, पिलर है, पिलर ऑफ स्ट्रेंथ है, ज्ञान दा स्रोत्र है। बच्चा जाने अनजाने बहुत कुछ अपने पिता तो सीखता है और बहुत कुछ ओनू कॉपी करता है अपने पिता नू, है ना। बच्चे नू पिता जिहड़ा है हमेशा सहारा देंदा है। देखो गुरु नानक देव जी नू भी उन्हां दे पिता जी ने सौदे लई पैसे दिते, जिहड़े असीं कहने ना 20 रुपए दिते सच्चा सौदा कमाई लई। ਤੇ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਉਹ ਭੋਜਨ ਕਰਾ ਦਿੱਤਾ। ਸ਼ਾਇਦ ਪਿਤਾ ਜੀ ਇਹ ਨਹੀਂ ਚਾਹੁੰਦੇ ਸੀ, ਪਰ ਗੁਰੂ ਸਾਹਿਬ ਆਪਣੀ ਗੱਲ ਉਹਨਾਂ ਦੇ ਅੱਗੇ ਰੱਖ ਸਕੇ, ਜਾਂ ਉਹ ਜਿਹੜਾ ਡਿਫਰੈਂਸਿਸ ਸੀ ਪਿਤਾ ਔਰ ਪੁੱਤਰ ਵਿੱਚ, ਉਹ ਐਕਸੈਪਟੈਂਸ ਭਾਵੇਂ ਪੁੱਤਰ ਦੇ ਵੱਲੋਂ ਤੇ ਭਾਵੇਂ ਪਿਤਾ ਦੇ ਵੱਲੋਂ, ਇਹ ਬਹੁਤ ਵੱਡੀ ਗੱਲ ਹੈ। ਅੱਜ ਕੱਲ ਅਸੀਂ ਦੇਖਦੇ ਹਾਂ ਕਈ ਵਾਰੀ ਪੇਰੈਂਟਸ ਇਹ ਫੀਲ ਕਰਦੇ ਨੇ, ਪਿਤਾ ਇਹ ਫੀਲ ਕਰਦੇ ਨੇ ਕਿ ਜਿਸ ਤਰ੍ਹਾਂ ਮੈਂ ਚਾਹਨਾ ਉਸ ਤਰ੍ਹਾਂ ਬੱਚਾ ਚੱਲੇ। ਨਹੀਂ, ਸਾਨੂੰ ਇਹ ਵੀ ਦੇਖਣਾ ਬੱਚੇ ਦੀ ਆਪਣੀ ਹੋਂਦ ਹੈ, ਅਸੀਂ ਉਹਨੂੰ ਗਾਈਡ ਕਰਨਾ ਹੈ। ਪਰ ਦੇਖਿए ਗੁਰੂ ਸਾਹਿਬ ਨੇ ਵੀ ਕਿੰਨਾ ਵੱਡਾ ਜਿਗਰਾ ਉਹਨਾਂ ਦੇ ਪਿਤਾ ਜੀ ਨੇ ਰੱਖਿਆ ਕਿ ਉਸ ਸਮੇਂ 20 ਰੁਪਏ ਅਗਰ ਬੱਚੇ ਨੇ ਆਪਣੇ ਹਿਸਾਬ ਨਾਲ ਖਰਚ ਦਿੱਤੇ ਤੇ ਕੋਈ ਐਸੀ ਵੱਡੀ ਗੱਲ ਨਹੀਂ ਮੰਨੀ ਗਈ। ਬਹੁਤ ਮੈਂ ਤੁਹਾਨੂੰ ਕਹਾਂ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜਾ ਬੱਚੇ ਦੇ ਉੱਤੇ ਵਿਸ਼ਵਾਸ, ਇਹ ਜਿਹੜਾ ਹੈ ਗਾਈਡੈਂਸ ਦੇਣਾ ਹੈ ਜਾਂ ਡਿਫਰੈਂਸਿਸ ਨੂੰ ਐਕਸੈਪਟ ਕਰਨਾ ਬਹੁਤ ਵੱਡੀ ਗੱਲ ਹੈ, ਜੋ ਸ਼ਾਇਦ ਅੱਜ ਵੀ ਸਾਨੂੰ ਆਪਣੇ ਬੱਚਿਆਂ ਨਾਲ ਕਰਨੀ ਚਾਹੀਦੀ। ਦੂਜਾ ਬੜਾ ਨਿਆਏ ਸੰਗਤ ਸੀ, ਇਹ ਨਹੀਂ ਕਿ ਮੇਰਾ ਬੱਚਾ ਹੈ ਤੇ ਸਾਰਾ ਕੁਝ ਉਸ ਨੂੰ ਹੀ ਮਿਲ ਜਾਣਾ ਚਾਹੀਦਾ। ਜਿਸ ਤਰ੍ਹਾਂ ਅਗਰ ਇਸ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਨੇ ਇਸ ਕਾਬਿਲ ਨਹੀਂ ਸਮਝਿਆ ਕਿ ਗੁਰੂ ਗੱਦੀ ਦਿੱਤੀ ਜਾਏ ਤੇ ਨਹੀਂ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਨੂੰ ਉਹਨਾਂ ਨੇ ਗੁਰਗੱਦੀ ਨਹੀਂ ਦਿੱਤੀ, ਬਲਕਿ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਦਿੱਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਰਾਮਦਾਸ ਜੀ ਨੂੰ, ਜੋ ਕਿ ਉਹਨਾਂ ਦੇ ਜਵਾਈ ਸੀ, ਉਹਨਾਂ ਨੂੰ ਗੁਰਗੱਦੀ ਦਿੱਤੀ। ਤੇ ਜਿਹੜਾ ਪਿਓ ਹੈ ਇਸ ਤਰ੍ਹਾਂ ਵੀ ਨਾ ਹੋਏ ਕਿ ਬੱਚੇ ਤੇ ਇੰਨਾ ਡੁੱਲ ਜਾਏ ਕਿ ਗਲਤ ਨੂੰ ਗਲਤ ਨਾ ਕਹਿ ਸਕੇ, ਲੇਕਿਨ ਡਿਫਰੈਂਸਿਸ ਨੂੰ ਵੀ ਐਕਸੈਪਟ ਕਰੇ ਔਰ ਉਹਨੂੰ ਗਾਈਡੈਂਸ ਵੀ ਦੇ। ਬੱਚਾ ਹਮੇਸ਼ਾ ਆਪਣੇ ਪਿਤਾ ਤੋਂ ਗਾਈਡੈਂਸ ਚਾਹੁੰਦਾ ਹੈ। ਬਾਣੀ 'ਚ ਹੈ ਨਾ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੋਹੇ ਅਜਾਨ ਜਨ ਤਰਬੇ ਨ ਜਾਨੂ, ਬਾਪ ਬੀਠਲਾ
बाह दे। राख पिता प्रभ मेरे मोहे निर्गुण सब गुण तेरे। तेरे तो ही मैं गुण लैने ने, तू मैनू रख लै हे पिता, तेरा काम यह है। ते ये दुनियावी पिता नू भी ये सोचना चाहिए है कि उसका काम यह है कि वह बच्चे नू गाइडेंस दे, इस तरह नाल प्रेरे कि वह गुरु नाल जुड़े। मां की तरह पिता तो भी बच्चे नू क्षमा करना अपेक्षित है। जैसा बालक पाए सुभाए, लख अपराध कमाए, कर उपदेश झिड़के बहुभांति, बहुड़ पिता गल लाए। पुत्र नू भी सीख दी गई है। अंग 1200 ते लिखे, काहे पूत झगरत हो संग बाप, जिनके जने वडीरे तुम हो, तिनस्यों झगरत पाप। हे पुत्र, तुसी अपने पिता जी नाल क्यों बहस करते हो? जिन्हें मां प्यो ने तुहानू जन्म दिता है, पालिया है, उन्हां नाल धन दी खातिर लड़ना कोई अच्छी गल ते नहीं, माड़ी गल है। ते इस तरह नाल मां और बच्चे दा, पिता और बच्चे दा रिश्ता दसे गए। सबनू ये हिदायत है, मतलब बाणी दे हिसाब नाल ऐसा रिश्ता होना चाहिए जो उन्होंने वाहिगुरु नू नाम जपन दे लई प्रेरित करे। हुण असीं आइए विचारिक रिश्ता एक है पति और पत्नी का रिश्ता, इस दे बारे गल कीती जाए। पुरातन समय विच पुरुष नू देवता अते इस्त्री नू देवी मन्निया जांदा सी। ते असीं देखदे सी, ये कहा जांदा सी घर घर एहो धर्मसाल, धर्मसाल वाकन घर है, इन्ना अच्छा एनवायरनमेंट है, एक दूजे नाल प्यार है, सम्मान है, परस्पर विश्वास है, और हस्बैंड वाइफ एक दूजे दे पूरक ने। पर हुण अगर असीं देखिए, ईगो इन्नी प्रधान हो गई कि पति पत्नी भी एक दूजे नू सह नहीं पाते। पति विच राक्षस नजर आंदा ते पत्नी चुड़ैल नजर आंदी। घर ते हुण शमशान बन गए ने। शमशान विच शरीर सड़दे ने ते घरां विच मन सड़दे ने। एक दूजे तो जलदे ने, सड़े पुजे रहिंदे ने, इल्जाम लांदे ने, असहनशीलता रहिंदी है, इन्ने डाइवोर्स हुंदे ने, इन्नी बुरी तरह एक दूजे नाल पेश आंदे हैं। पर सानू की करना है? घर करे हो धर्मसाल, उही धर्मसाल बनानी है। ते किस तरह बनाइए? गुरु ग्रंथ साहब तो क्ल्यू लैके की कहंदे ने गुरु ग्रंथ साहब विच अंग 784 ते कहा गया है, मिठ बोलड़ा जी हर सज्जन स्वामी मोरा, हाँ संबल थकी जी ओ कदे न बोले कौड़ा, कौड़ा बोल न जाने पूरन भगवाने, अवगुण को ना चितारे। अवगुण को ना चितारे मतलब एक दूजे दी गलतियां ना करिए, कढ़िए, एक दूजे नाल मिठे होके बोलिए। पर साडा की काम है? असी ते हर वेले एक दूजे दी गलतियां ही कढ़दे हैं। बानी कहंदी है हम नहीं चंगे बुरा नहीं कोई, पर असी कहने असी चंगे बुरा हर कोई। जे बोर्ड लगे है कि तुसी जयपुर जाना है, लैफ्ट वाल जाओ, असी कहिए असी राइट वाल होके जावांगे तो पहुंच जावांगे। जो जो बाणी कहंदी है असी उस तो पुट्ठा करिए तो फिर किस तरह कल बनेगी? सानू एक दूजे चंगियाइयां लभनियां पैणगियां, है ना। ते जिस तरह बानी च कहे कि तन फिर एह न आखिए बैन इकट्ठे होए, एक जोत, जोत मतलब इको जे विचार, एक जोत दोई मूर्ति। भावें दोनों दे शरीर अलग अलग ने, पर एक जोत दोई मूर्ति तन फिर कहिए सोए। ये विचार मिलने बहुत जरूरी ने। ये किस तरह आएंगे? अगेन गुरु ग्रंथ साहब जी दा, गुरबानी दा सहारा लैके। तन्ना जट जी भी कहंदे ने घर की गेहन चंगी, क्यों चंगी चाहिए? क्यों जन तन्ना ले मंगी? क्योंकि ताई ते शांति होएगी, ताई ते मिलके रह सकनगे, ते रब दे वल नाम या वो अपना ध्यान लाने लई घर शांति ते चाहिए है ना। ये सब गुरबानी ते चलन नाल हो सकता है कि असी अपने कार्य च भी शांति ले आइए। देखिए विआह नू गुरबानी च आनंद कारज किया गया है। आनंद कारज इस करके हर प्रवृत्ति हर पैलड़ी ला प्रवृत्ति कर्म दृढ़ाया बलराम जियो। बई ये जिहड़ी सीख दिती गई है, ये दिती गई है कि स्टेजेस वाइज असी मैरिड लाइफ विच किस तरह रहना है, परमात्मा नाल किस तरह रहना है, सहज नू किस तरह पाना है, मन नू किस तरह रखना है, ये सब दस्या गया। पति और पत्नी नू अच्छा जीवन व्यतीत
ਕਰਨ ਲਈ 4 ਲਾਵਾਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਕਿ ਕਿਸ ਤਰ੍ਹਾਂ ਨਾਲ ਅਸੀਂ ਆਪਣਾ ਧਰਮ ਨਿਭਾਣਾ ਹੈ। ਤੇ ਵੈਸੇ ਅਗਰ ਦੇਖੀਏ ਤੇ ਗੁਰਬਾਣੀ ਜਿਹੜੀ ਹੈ ਜੈਂਡਰ ਨਿਊਟਰਲ ਹੈ। ਅਸੀਂ ਸਾਰੇ ਹੀ ਸਾਰੇ ਧਨ ਹਾਂ ਤੇ ਜਿਹੜਾ ਪਿਰ ਹੈ ਉਹ ਹੈ ਵਾਹਿਗੁਰੂ। ਉਹ ਪੁਰਖ ਜੋ ਹੈ ਸਿਰਫ ਅਕਾਲ ਪੁਰਖ ਹੀ ਹੈ, ਬਾਕੀ ਅਸੀਂ ਸਾਰੇ ਜੀਵ ਰੂਪ ਇਸਤਰੀਆਂ ਹੈਗੀ ਹਾਂ। ਇੱਕ ਹੋਰ ਵਿਚਾਰਿਕ ਰਿਸ਼ਤਾ ਅਸੀਂ ਲਾਂਗੇ। ਨਹੀਂ, ਪਹਿਲਾਂ ਖੂਨ ਦਾ ਇੱਕ ਰਿਸ਼ਤਾ ਰਹਿ ਗਿਆ ਮੇਰੇ ਤੋਂ, ਭਰਾ ਭਰਾ ਦਾ ਰਿਸ਼ਤਾ। ਔਰ ਇਸ ਨੂੰ ਅਸੀਂ ਵਿਚਾਰਿਕ ਸਤਰ ਤੇ ਵੀ ਲੈ ਕੇ ਜਾਵਾਂਗੇ ਕਿ ਭਰਾ ਜ਼ਰੂਰੀ ਨਹੀਂ ਜਿਹੜਾ ਖੂਨ ਦਾ ਹੋਏ ਉਹ, ਬਲਕਿ ਮਿੱਤਰ ਵੀ ਹੋ ਸਕਦਾ। ਅਗਰ ਅਸੀਂ ਗੁਰਬਾਣੀ ਦੇਖੀਏ ਤੇ ਗੁਰਬਾਣੀ ਵਿੱਚ ਕਿਸੇ ਨੂੰ ਚੇਲਾ ਚਪਾਟਾ ਨਹੀਂ ਬਣਾਇਆ ਗਿਆ, ਬਲਕਿ ਭਰਾ, ਮੀਤ, ਸਖਾ, ਸਖੀ ਕਿਹਾ ਗਿਆ ਹੈ। ਅਗਰ ਅਸੀਂ ਬਾਣੀ 'ਚ ਦੇਖੀਏ ਤੇ ਇਹ ਅਸੀਂ ਸੁਣਨੇ ਆ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਜਿਹੜਾ ਸਾਡਾ ਗੁਰੂ ਦਾ ਮੀਤ ਹੈ, ਜਿਹੜਾ ਸਾਡਾ ਮੀਤ ਹੈ, ਜਿਹੜੇ ਗੁਰੂ ਦੀ ਗੱਲ ਕਰਦਾ ਹੈ, ਉਹ ਕੀ ਕੰਮ ਕਰਦਾ ਹੈ? ਉਹ ਹਰ ਕੀਆਂ ਕਥਾ ਕਹਾਣੀਆਂ ਸੁਣਾਉਂਦਾ ਹੈ। ਇਨ ਬਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲਾਗੇ ਪੀਰ। ਇਸ ਤਰ੍ਹਾਂ ਦੀ ਖੇਡ ਖੇਡੋ ਇਸ ਜੀਵਨ ਵਿੱਚ ਕਿ ਜਿਹੜਾ ਇੱਥੇ ਕੰਮ ਕੀਤੇ ਉਸ ਦੇ ਕਰਕੇ ਸ਼ਰਮਿੰਦਾ ਨਾ ਹੋਣਾ ਪਏ, ਉਸ ਦੇ ਕਰਕੇ ਪਛਤਾਣਾ ਨਾ ਪਏ, ਬਲਕਿ ਐਸਾ ਹੋਣਾ ਚਾਹੀਦਾ ਕਿ ਅਸੀਂ ਰੱਬ ਦਾ ਇਸ ਤਰ੍ਹਾਂ ਨਾਮ ਜਪੀਏ ਕਿ ਸਾਨੂੰ ਦੁੱਖ ਨਾ ਲੱਗੇ ਔਰ ਅਸੀਂ ਉਸ ਪਰਮਾਤਮਾ ਨੂੰ ਪਾ ਸਕੀਏ। 1185 ਅੰਤ ਲਿਖਿਆ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁविधा दूर करो लिवलाई। हे मेरे वीर, इकट्ठे होके साथ संगत करने हाँ, ये मेल तेर मिटाने हाँ, ताकि असी रब नू पा सके। आजकल ते भरा भरा एक दूजे दा सिर फोड़न नू तैयार ने जायदाद दी करके, पर गुरबानी ते इस तरह कहा गया है कि एक दूजे नाल प्यार करो। ते गुरबानी ते यूनिवर्सल ब्रदरहुड दी भी गल करदी है कि कहंदी है एक पिता एकस के हम 12। इस करके असी सारे आपस विच भैन भरावां दा रूप हैं। एक नूर ते सब जग उपजया। गुरु गोबिंद सिंह महाराज कलगियां वाले महाराज कहंदे ने, सुखी बसे मोरो परिवार। अपना इमीडिएट सारा परिवार वार दिता, प्यो पुत्र खुद नु अपनी माता नु सब नु वार के। साहिबे कमाल कहंदे ने, सुखी बसे मोरो परिवार। केड़ा परिवार? पूरा खालसा पंथ। इत्थे तिकन की भाई कन्हैया जी नु क्या कि तू सब नु पानी पिला, तू सब नु मरहम पट्टी कर। ये इस तरह दी बाणी गल कर दी, इन्ना यूनिवर्सल ब्रदरहुड दी। सखी दे बारे कैसी सखी होनी चाहिए? सखी मंगलो गाया, इच पुजाइया, बोड़ ना माया होया। सत्संगियां नाल मिलकर जो जो प्रभु दी सिफत सलाह की बाणी गाई है, साड़ी मनोकामना पूरी हो जाती है, फिर मुड़ के माया दे धक्के नहीं लगते। ते गुरबानी विच इस तरह नाल विचारिक रिश्तियां विच भी साथ संगत दा रिश्ता या जेड़ा सखी या मीत दा रिश्ता है, इसनू भी बड़ी इंपॉर्टेंस दी गई है। ते इस रिश्ते दे नाल भी सानू की करना है? वाहिगुरु जी दा ही नाम लेना है। इस शरीर दे कई रिश्ते ने, अगर देखिए तो एक भाई गुरदास जी दी वारां नू गुरबाणी दी कुंजी भी कहा जाता है। भाई गुरदास जी दी वार पौड़ी 19 अच्छा ये 346 पन्ना 39 विच उन्होंने बहुत सारे रिश्तियां दी गल की है। मैं तुहाडे नाल सांझा करना चाहांगी। प्यो दादा पड़दादियों पुत्र, पोता पड़पोता नाता। पड़दादे तो दादा, दादे तो प्यो, प्यो तो पुत्र दा जन्म एक रिश्ता है। माँ दादी पड़दादियों फूफी भैन तियां सण खता। माँ दादी पड़दादी भूआ भैन तियां ते नूआं दी भी इज्जत करनी चाहिए है। नाना नानी आखिए पड़नाना पड़नानी पता। नाना नानी पड़नाना पड़नानी दा भी रिश्ता पता है। ताया चाचा जानिए भाई चाची माया मता। ताए चाचे चाची ते ताइयां भी दुनियावी रंग च रंगे हुए ने।
मामे ते मामाणिया मासी मासड़ दे रंग रता। मामा मामी मासी मासड़ अपने रंग विच रंगे ने। भायर पियर मेल मिल बुलेयर फुफेर आवता। मासड़ फुफड़ और होर साक जिस तरह सोरा सस भी नजदीकी ने। सांडू कुड़म कुटुंब सब नदी नाव संजोग निस्ता। जेड़े चाचा सोहरा मामा सोहरा ये भी बड़े इनकन्वीनियंट रिलेशन ने। ते सच्चा साक ना विछड़े साथ संगत गुर भाई भत्ता भोग भुगत विच जोग जुगता। असली गल जड़ी कही है वो इसी लाइन विच है कि सच्चा रिश्ता उन्हां भरावां या भाइयां नाल है जो सत संगत विच बहंदे ने ते ये कदी नहीं विछड़दा। सत संगत विच गुरमुख सारे विलासां विच भी परमात्मा नाल जोग दी जुगत सिख जांदा है। ते शरीर तो अगे अध्यात्म है। सानू अध्यात्मिक रिश्तियां दे भी गल करनी चाहिए है। सिर्फ शरीर नू ही नहीं समझ लेना चाहिए क्योंकि असी अगर शरीर नू ही देखांगे तो शरीर दे बारे बहुत सारी गल्लां बाणी च दर्ज ने। जिस तरह गुरु तेग बहादुर जी विराग च आके कहंदे ने जगत में झूठी देखी प्रीत अपने ही सुख स्यों सब लागे क्या दारा क्या मीत, है ना। या 1 लाख पूत सवा लिख नाती तिस रावण के घर दिया ना बाती। ते फिर असी परिवार केड़ा लोड़िए केड़ी गल करिए अध्यात्मिक परिवार नू लोड़ना पेगा। एक बारी गुरु नानक देव जी जदों उदासी ते जान लगे ते माता ने कहा तू अपना परिवार ना छोड़ के जा, तू माता सुलखनी नू भी नाल ले जा। ते गुरु नानक देव जी ने उस टाइम अपने परिवार की गल माता नू दसी या जो क्या वो अंग 151 152 दे उत्ते दर्ज है। गौड़ी महला पहला है। गुरु नानक देव जी कहते ने माता मत पिता संतोख। माता की है अच्छी बुद्धि। माता का काम की है अच्छी बुद्धि देना। मेरी माता कौन है? अच्छी मत। देखो हर इंसान जो है अपनी कंपनी नाल जानिया जाता, अपनी मत नाल जानिया जाता है। जे असी दुराचारी हाँ तो असी दुराचारियां दी कंपनी करांगे ते जे असी सदाचारी हाँ तो सदाचारियां दी। शराबियां नू शराबियां दी कंपनी अच्छी लगती है ते संगत वालियां नू संगत दी कंपनी अच्छी लगती है। तो गुरु नानक देव जी कहते हैं मेरी माता जी है वो अच्छी मत है। अच्छी मत ते सदके वाहिगुरू नू पावांगे ते अच्छी मत है। ते पिता संतोख। संतोख मतलब जिन्ना मर्जी जो मर्जी होए। कई लोगों को सबर नहीं आता। बिना संतोख नहीं कोई राजे, कोई राज सकता ही नहीं अगर संतोख ना आए। तो जे संतोख आ जाए जो वाहिगुरू करे वो कबूल करना शुरू कर दे। जो जैसा है उसनु खुशी नाल कबूल करिए। वाहिगुरू जो तुसी किता बहुत अच्छा किता। ते गुरु नानक देव जी कहते हैं मेरी माता अच्छी मत यानी कि अच्छी बुद्धि है। ते पिता संतोख है। मैनू यह संतोख आ गया कि प्रभ दा पाना जेड़ा है वो मिठा ही है। सत भाई कर सत जेड़ा है वो मेरा भरा है जिसने मेरे जीवन दे उत्ते विशेष असर पाया है। ए अगे कहंदे ने कहन है किछ कहन ना जाए। जेड़े प्रभु नाल मिलाप दी अवस्था है ये बयान नहीं हो सकती। क्यों? क्योंकि ये ते गूंगे दी मिठाई है। ये ते जिसनू मिलता है ओयो जान सकता है, वो फील ही कर सकता है, वो कदी बयान नहीं कर सकता। ਅਸੀਂ ਡਮ ਸ਼ਰਾਰਟਸ ਕਰਦੇ हैं कि बूझन की कोशिश करने कि दूजा बोल की रहे या की कहना चाहते समझ जाइए। लेकिन जेड़ी ये अवस्था पानी है प्रभु के मिलाप की अवस्था उसका बयान कोई नहीं कर सकता। वो तो वही अनुभव ही किया जा सकता है। प्रभु नाल मिलाप की अवस्था नहीं बयानी जा सकती। तो कुदरत की न पाए रहा जो तेरी वडियाई है जो तेरी रचना है उदी कीमत कदी भी नहीं पाई जा सकती। एक छोटा जा जर्रा की पहचाने पूरे दी बूंद। कोई हिस्सा की दसे कि पूरा की चीज है। एक समुंदर दी बूंद किस तरह दस दे कि समुंदर की है। ते गुरु नानक देव जी कहते हैं कि तेरी कुदरत जेड़ी है उदी कीमत कोई नहीं दस सकता। तू पूरी तरह सब दा मालिक है। तू इन्ना वड्डा है कि तेरे बारे कोई नहीं दस सकता। वो तेरे तो उच्चा कोई है नहीं, तेरा शरीक कोई है नहीं, तेरी गल दसन वाला तेरी बराबरी करने वाला कोई नहीं।
ਅੱਗੇ ਕਹਿੰਦੇ ਨੇ ਸਰਮ ਸੁਰਤ ਦੋਏ ਸਸੁਰ ਭਈ। ਸਰਮ ਮਤਲਬ ਮਿਹਨਤ, ਜੋ ਮਿਹਨਤ ਕਰਨੇ ਹਾਂ। ਸੁਰਤ ਮਤਲਬ ਅੱਛੇ ਵਿਚਾਰ ਜਾਂ ਜੋ ਸਾਡੇ ਵਿੱਚ ਵਿਵੇਕ ਆਂਦਾ ਹੈ। ਇਹ ਮੇਰੇ ਦੋ ਸਸੁਰ ਮਤਲਬ ਸੱਸ ਔਰ ਸਸੁਰ ਨੇ। ਇਹ ਮਿਹਨਤ ਕਰਨਾ ਯਾਨੀ ਕਿ ਜਿਹੜੇ ਮੈਂ ਨਾਮ ਜਪਨ ਦੇ ਵਿੱਚ ਮਿਹਨਤ ਕਰਾਂ ਔਰ ਅੱਛੇ ਵਿਚਾਰ ਰੱਖਾਂ, ਇਹ ਦੋਨੋਂ ਮੇਰੇ ਸਸੁਰ ਭਈ ਨੇ। ਇਹਨਾਂ ਦੇ ਮਿਲਣ ਦੇ ਨਾਲ ਕੀ ਹੋ ਜਾਏਗਾ? ਕਰਨੀ ਕਾਮਨ ਕਰ ਮਨ ਲਾਏ। ਜਿਹੜੀ ਕਰਨੀ ਦਾ ਮਤਲਬ ਹੈ ਭਗਤੀ, ਮਿਹਨਤ ਔਰ ਅੱਛੇ ਵਿਚਾਰਾਂ ਦੇ ਮਿਲਣ ਨਾਲ ਮੇਰੀ ਪਤਨੀ ਭਗਤੀ ਪੈਦਾ ਹੋਈ ਹੈ ਔਰ ਇਹ 8 ਪੈਰ ਮੇਰੇ ਨਾਲ। ਮਾਤਾ ਜੀ ਤੁਸੀਂ ਮੈਨੂੰ ਕਹਿੰਦੇ ਹੋ ਕਿ ਪਤਨੀ ਨੂੰ ਨਾਲ ਲੈ ਕੇ ਜਾ, ਇਹ ਭਗਤੀ ਰੂਪੀ ਪਤਨੀ ਮੇਰੇ ਨਾਲ ਹਮੇਸ਼ਾ ਹੈ, ਹਰ ਵੇਲੇ ਮੇਰੇ ਨਾਲ ਹੈ। 8 ਪਹਿਰ ਆਰਾਧਿਏ ਪੂਰਨ ਸਤਗੁਰ ਗਿਆਨ, ਸਾਹਾ संजोग विवाह विजोग। साहा संजोग मतलब अच्छी संगत नाल संजोग करके और दुराचार तो दूर रह करके मेरा परमात्मा नाल मिलाप होया है। परमात्मा नाल यानी संजोग होया है ते माया नाल विजोग या सेपरेशन होया है। सच संतत कहो नानक जोग। संतत मतलब परमात्मा मेरा पुत्र बनकर दुनिया विच आया है। दरअसल परमात्मा नु दुनिया विच प्रगट करन वाला भगत ही है। जैसी में आवे खसम की बाणी, तैसी में करी बयान वे लालो। ते ये जड़ा सच्चा साख है वो है साध संगत। इस दे अंदर असी की करने हाँ? बैठ के हरी दी गल्लां करने हाँ। ये ऐसा साथ है जो कदी नहीं विछड़दा। सत संगत विच गुरमुख सारे विलासां नूं पा लैंदा है। सारे विलासां इस दुनिया विच भी सफल ते अगली दुनिया दे नाल भी, अगली दुनिया विच भी दरगेह च भी पत पाण लई अच्छा काम कर पांदा है। ते असी ओ जुगत सुख जाने आ कि असी किस तरह वाहिगुरू नूं पाईए। ते ये याद रखना है, जह मात पिता सुत मीत न भाई, मन उहा नाम तेरे संग सहाय। शरीरिक रिश्ते तिकनी अपने आप नूं लिमिट ना करिए, अपने आप नूं अध्यात्म दी तरफ लेके चलिए और हर रिश्ते दे विच सानू रब लभना है। कुर्बानी च किया गया है ना, तू मेरा पिता। वाहिगुरू जी तुसी मेरे पिता हो, तुसी ही मेरी माता हो, तू मेरा माता, तू मेरा बंधक, तू मेरा भ्राता। और ये सब होया ते की होया? तू मेरा राखा सबनी थाई। वाहिगुरू जी तुसी मेरे हर रिश्ते चो ते तुसी ही मेरी रखिया हर जगह करदे हो। और जदों तुहाडा साथ जद तुहाडे नाल रिश्ता है तां मैनू केड़ा काड़ा तां केड़ा मैनू दुख है। इसी भरोसे नाल अपने आध्यात्मिक परिवार नूं समझदे हुए तो उस तो समझ लैंदे हुए वाहिगुरू तो असी सच्चे पातशाह ते भरोसा रखिए। चलो अपने परिवार नूं भी बेड़े ते चढ़ाइए ते रब दी तरफ रुझान करिए। हुण की कहना है? दीन दयाल भरोसे तेरे सब परिवार चढ़ाया बेड़े। भुलां चुकां दी क्षमा। वाहिगुरू जी मेहर करन, भरोसा दान देन, असी अपने परिवार नूं बेड़े ते चढ़ा सकीए ते वो वाहिगुरू नूं पा सकीए। भुलां चुकां दी क्षमा। वाहिगुरू जी मेहर करन। जिस सिमरत सब किलविख नासे, पितरी होए उधारो। सिर्फ इस वक्त दे रिश्ते नहीं बल्कि ਉਹ ਰਿਸ਼ਤੇ ਵੀ ਜੋ ਸਾਡੇ ਪਿਛਲੇ ਨੇ, ਨਾਮ ਜਪਾਂਗੇ ਤੇ ਉਹਨਾਂ ਦਾ ਵੀ ਉਧਾਰ ਕਰ ਸਕਾਂਗੇ। ਵਾਹਿਗੁਰੂ ਜੀ ਸਾਨੂੰ ਆਪਣੇ ਲੜ ਲਾਣ। ਉਦਮ ਕਰੂੰ ਕਰਾਵੋ ਠਾकुर, ਪੇਖਤ ਸਾਧੂ ਸੰਗ। ਵਾਹਿਗੁਰੂ ਜੀ ਇਸ ਤਰ੍ਹਾਂ ਦੀ ਸੰਗਤ ਹਮੇਸ਼ਾ ਬਖਸ਼ਦੇ ਰਹਿਣ ਤੇ ਸਾਨੂੰ ਜਿਹੜਾ ਇਹਨਾਂ ਦਾ ਉਪਰਾਲਾ ਹੈ ਸਰਦਾਰ ਹਰਿੰਦਰਪਾਲ ਸਿੰਘ ਜੀ ਦਾ ਵੀਰ ਜੀ ਦਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਸਭ ਨੂੰ ਜੋੜੀਏ। ਛੋਟੀ ਛੋਟੀ ਜਿਹੜੇ ਉਸ ਤੋਂ ਥੀਮਸ ਲੈ ਕੇ ਸਾਨੂੰ ਸਭ ਨੂੰ ਸਮਝਾਈਏ ਤੇ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ ਤੇ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ, ਪਰਮਾਤਮਾ ਦਾ ਨਾਲ ਮਿਲਾਪ ਬਖਸ਼ਣ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ ਪ੍ਰੋਫੈਸਰ ਹਰਜੀਤ ਕੌਰ ਜੀ। ਭੈਣ ਜੀ ਤੁਸੀਂ ਬੜੀ ਖੂਬਸੂਰਤੀ ਨਾਲ ਅੱਜ ਦਾ ਇਹ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਇੰਸਟੈਂਸਿਸ ਦੇ ਕੇ ਬਾਣੀ ਦੇ ਨਾਲ ਜਿਹੜੀ ਇਹ ਗੱਲ ਅੱਜ ਕੀਤੀ ਹੈ, ਕਨਸੈਪਟ ਆਫ ਫੈਮਿਲੀ ਦੀ
ਉਸ ਫੈਮਿਲੀ ਦੀ, ਉਸ ਪਰਿਵਾਰ ਦੀ ਗੱਲ ਜੋ ਦਿਲਾਂ ਦੇ ਰਿਸ਼ਤਿਆਂ ਤੇ ਆਧਾਰਿਤ ਹੋਣੀ ਚਾਹੀਦੀ ਹੈ। ਔਰ ਦਿਲਾਂ ਦੇ ਜਿਹੜੇ ਰਿਸ਼ਤੇ ਨੇ ਇਹ ਖੂਨ ਦੇ ਰਿਸ਼ਤੇ ਤੋਂ ਵੀ ਜ਼ਿਆਦਾ ਪਵਿੱਤਰ ਹੁੰਦੇ ਨੇ। ਖੂਨ ਦੇ ਰਿਸ਼ਤੇ ਤਾਂ ਅਸੀਂ ਬਿਰਧ ਗਰਦਾਂ 'ਚ ਸ਼ੋਭਤ ਅਸੀਂ ਵੇਖ ਰਹੇ ਹਾਂ। ਦਰਅਸਲ ਪਹਿਲੇ ਮਨੁੱਖ ਦੀ ਜਿਹੜੀ ਪਰਸਨੈਲਿਟੀ ਹੁੰਦੀ ਸੀ, ਉਹਦੀ ਜਿਹੜਾ ਵਿਅਕਤਿਤਵ ਹੁੰਦਾ ਸੀ, ਉਹ ਦਿਲ ਹੁੰਦਾ ਸੀ। ਔਰ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਉਹ ਮਸਤਕ ਹੋ ਗਿਆ। ਅੱਗੇ ਸੰਬੰਧ ਦਿਲਾਂ ਦੇ ਹੁੰਦੇ ਸੀ, ਹੁਣ ਸੰਬੰਧ ਜਿਹੜੇ ਨੇ ਉਹ ਦਿਮਾਗ ਦੇ ਹੋ ਗਏ ਨੇ। ਤੋ ਮਸਤਕ ਜਿਹੜਾ ਉਹ ਉੱਤੋਂ ਦਿਲ ਤੱਕ ਦੇ ਰਿਸ਼ਤੇ ਜਿਹੜੇ ਨੇ ਉਹ ਬੰਨੇ ਬੜੇ ਜ਼ਰੂਰੀ ਨੇ। ਮੈਂ ਇੱਕ ਗੱਲ ਜਿਹੜੀ ਬੜੀ ਜ਼ਰੂਰੀ ਹੈ ਕਹਿਣ ਵਾਲੀ, ਉਹ ਇਹ ਹੈ ਕਿ ਅੱਜ ਵੂਮਨ ਐਮਪਾਵਰਮੈਂਟ ਦੇ ਨਾਂ ਤੇ ਜਿਹੜੀ ਸਾਡੀਆਂ ਬੱਚੀਆਂ ਨੇ, ਜਿਹੜੀ ਫੀਮੇਲ ਚਾਈਲਡ ਨੇ, ਉਹਨਾਂ ਬੱਚਿਆਂ ਨੂੰ ਅਸੀਂ ਜਿਹੜੀ ਪੁਰਸ਼ਾਂ ਵਰਗੀ ਐਜ਼ ਏ ਮੁੰਡਿਆਂ ਵਰਗੀ ਦੀਕਸ਼ਾ ਤੇ ਸਿੱਖਿਆ ਅਤੇ ਮਾਨਤਾ ਦੇ ਭਾਵ ਨਾਲ ਜਿਹੜਾ ਅਸੀਂ ਉਹਨਾਂ ਦੀ ਪਾਲਣ ਪੋਸ਼ਣ ਕਰ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਇਹ ਅਸੀਂ ਕਰ ਰਹੇ ਹਾਂ। ਕਿਉਂਕਿ ਇਸ ਪਰਵਰਿਸ਼ ਨਾਲ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਗੌਰਵਪੂਰਨ ਜਿਹੜਾ ਵੂਮਨਹੁੱਡ ਹੈ, ਜਿਹੜਾ ਮਦਰਹੁੱਡ ਹੈ, ਜਿਹੜਾ ਵਾਈਫਹੁੱਡ ਹੈ, ਸ਼ਾਇਦ ਉਹ ਕਿਤੇ ਨਾ ਕਿਤੇ ਡਿਸਟਰਬ ਹੋ ਰਿਹਾ ਹੈ। ਪੁਰਸ਼ਾਂ ਦੀ ਨਕਲ ਕਰਕੇ ਕਰੀਬ ਪੁਰਸ਼ਾਂ ਵਰਗੀ ਹੀ निर्मित हो जाना। लेकिन स्त्री अगर पुरुष जैसी हो जाएगी तो फिर घर मकान बच जाएंगे। उन्होंने बराबरता जी देनी है, वो बराबरता होर तरीके भी है, लेकिन उन्होंने जो पालन पोषण है उस विच थोड़ा जरूर रखिए कि दो इकट्ठे रहने वाले लोग जो पति पत्नी नहीं हो पाते तो जो बच्चे पैदा होंगे ने नर्स ते बच्चे का संबंध बन जाता है, तो मां ते बेटे का संबंध नहीं बनता, क्योंकि स्त्रियां पुरुष की तरह एजुकेट हो रही ने। इसलिए थोड़ा जिहा जिहड़ा उन्हां दा वूमनहुड है, वाइफहुड है, या जिहड़ा पत्नीत्व है, वो जिहड़ा थोड़ा जिहा जरूर उन्होंने रहन दईए। घर भाव यानी घर परिवार जिहड़ा आइडियल फैमिली है, वो एक ऐसी संस्था है, ऐसी इंस्टीट्यूशन है जिथे समाज का, सोसाइटी का सभ्याचार ते संस्कार घड़े जाते हैं। तो घर परिवार ये नहीं कि छत हेठा दो बंदे इकट्ठे रहन तो एक फैमिली हो गई। तो घरां दे विच तां एक ऐसी संस्था ते ऐसी जिथे इंसानियत घड़ी जाती है। तो ये जिहड़ी असी क्लास साडी है, ये भी एक घर परिवार है। तो ये जिहड़ी गुरु गोबिंद सिंह साहब की गल कीती, सुखी बसे मोरो परिवारा, धरती ते एक परिवार का सिद्धांत है। तो इस तरह मैनू ऐ लगता, हाँ गुरु ग्रंथ साहब दे विच एक शब्द बड़ा खूबसूरत है, 32 सुलखनी का जिक्र आता है। गुरु ग्रंथ साहब एक ज्वाइंट फैमिली के कंसैप्ट को उजागर करता है कि 32 सुलखनी सच संतत पूत आज्ञाकारी सुगढ़ स्वरूप इच पूरे मन कंत स्वामी सगल संतोखी देर जिठानी। कि अपने परिवार के अंदर जिहड़ियां सेंसिस ने इंद्रियां की गल हो रही है, कि दुनियावी रिश्तियां राही समझाया जा रहा है कि जिस सब गुण होण, सहज होवे, संतोख होए, दवा दया होवे, मिठ बोलड़ी होए, सच्ची होए, उसनों 32 सुलखनी किया गया। तो उसकी जनरेशन आदर्श होएगी जिहदे विच ये गुण होणगे। तो घर परिवार वो है जिथे अपनेपन दी फिजा चले, सब एक दूसरे दे होण ते एक दूसरे लई होण, चाहे वो परिवार निजी परिवार ते चाहे वो परिवार जो सब तो वड्डा परिवार है, पूरी लिविंग बीइंग जिहदी गल गुरु गोबिंद सिंह साहब ने भी की। और पुरातन परंपरावां च भी है कि पूरा विश्व परमात्मा का एक परिवार है। तो मैं अखीर विच यही कहांगे कि जिस नाम हृदय तिस वड परवारा, जिहदे मन दे विच नाम दी गल है, परमात्मा का एहसास है, उहदा परिवार फिर सब है, फिर उन्होंने अपना पराया कोई दिखता ही नहीं है। तो अज का विषय इतना ही है जी। अगले शनिचरवार रात 8 बजे असीं एक नवे विषय नाल आप जी अगे फिर आवांगे। भुल्लां चुक्कां दी खिमा। वाहिगुरू जी का खालसा, वाहिगुरू जी की फतेह।